सुखमणि सुख अमृत प्रभ नाम, भगत जना के मन बिसराम। वाहिगुरु जी का खालसा, वाहिगुरु जी की फतेह। एक ओंकार सत गुरु प्रसाद। गौड़ी मैला पंजवा श्लोक। सर्व कला भरपूर प्रभु, बिरथा जाननहार। जाके सिमरन उधरिया, नानक तिस अष्टपदी। टूटी कांडन हार गोपाल, टूटी कांडन हार गोपाल। सर्व जिया सगल की चिंता जिस मन माहे, सगल की चिंता जिस मन माहे। तिस ते बिरथा कोई नाही, रे मन मेरे सदा हर जाप। रे मन मेरे सदा हर जाप। अविनाशी प्रभु आपे आप, अविनाशी प्रभु आपे आप। टूटी कांडन हार गोपाल, टूटी
आपन किया कछु न होए। आपन किया कछु न होए। जे सो प्राणी लोचे कोई। तिस बिन नाही तेरे किछ काम। तिस बिन नाही तेरे किछ काम। करत नानक जप एक हर नाम। करत नानक जप एक हर नाम। टूटी गांडन हाय गोपाल। टूटी गांडन हाय गोपाल। सर्व जिया आपे प्रतिपाल। सर्व जिया आपे प्रतिपाल। टूटी गांडन हाय गोपाल। टूटी गांडन हाय गोपाल। टूटी गांडन, टूटी गांडन, टूटी गांडन हाय गोपाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 265 ਦੇ ਉੱਤੇ ਹੈ। ਸਾਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਭਾਵ ਰਹਾਉ ਦੀ ਪੰਕਤੀ ਵਿੱਚ ਹੈ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। ਸੁਖਮਨੀ ਕੀ ਹੈ? ਸੁਖਮਨੀ ਹੈ ਅੰਮ੍ਰਿਤ ਪ੍ਰਭ ਨਾਮ। ਪ੍ਰਭੂ ਦਾ ਨਾਮ ਸੁਖ ਦੇਣ ਵਾਲੀ, ਆਤਮਿਕ ਜੀਵਨ ਦੇਣ ਵਾਲੀ ਸੁਖਮਨੀ ਹੈ। ਪ੍ਰਭੂ ਦਾ ਨਾਮ, ਪ੍ਰਭੂ ਦਾ ਨਾਮ ਸੁਖ ਦੇਣ ਵਾਲਾ ਹੈ। ਤੇ ਜਿਸ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਆ ਜਾਂਦਾ ਹੈ, ਭਗਤ ਜਨਾ ਕੈ ਮਨ ਬਿਸਰਾਮ। ਉੱਥੇ ਮਨ ਦੇ ਵਿੱਚ ਵਿਸ਼ਰਾਮ ਆ ਜਾਂਦਾ ਹੈ, ਟਿਕ ਜਾਂਦਾ ਹੈ ਮਨ, ਸਹਿਜ ਵਿੱਚ ਆ ਜਾਂਦਾ ਹੈ, ਅਡੋਲਤਾ ਦੇ ਵਿੱਚ ਆ ਜਾਂਦਾ ਹੈ, ਵਿਸ਼ਰਾਮ ਦੇ ਵਿੱਚ ਆ ਜਾਂਦਾ ਹੈ। ਤੇ ਇਹ ਪੰਕਤੀ ਜਿਹੜੀ ਹੈਗੀ ਹੈ ਸਾਰੇ ਸੁਖਮਨੀ ਸਾਹਿਬ ਦਾ ਜੋ ਹੈ ਇਹ ਰਹਾਉ ਦੀ ਪੰਕਤੀ ਹੈ, ਨਿਚੋੜ ਹੈ। ਤੇ ਅਖੀਰਲੇ ਦੇ ਵਿੱਚ ਵੀ, ਅਖੀਰਲੀ ਪੰਕਤੀ ਵਿੱਚ ਵੀ ਜਦੋਂ ਸੁਖਮਨੀ ਸਾਹਿਬ ਸਮਾਪਤ ਹੁੰਦਾ ਹੈ, ਸਭ ਤੇ ਊਚ ਤਾਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ। ਨਾਮ ਕੀ ਹਨ? ਰੱਬ ਦੇ ਗੁਣ। ਨਾਮ ਲਿਆ, ਰੱਬ ਦੇ ਗੁਣਾਂ ਨੂੰ ਯਾਦ ਕਰਦਿਆਂ ਅੰਦਰ ਸੁਖ ਆ ਜਾਂਦਾ ਹੈ। ਸੋ ਇਹਦੇ ਵਿੱਚ ਜਿਹੜੇ ਸ਼ਲੋਕ ਹਨ, ਇਹ 24 ਅਸ਼ਟਪਦੀਆਂ ਹਨ ਤੇ ਇੱਕ ਅਸ਼ਟਪਦੀ ਦੇ 8 ਪਦੇ ਹਨ। ਜਿਹੜਾ ਸ਼ਲੋਕ ਹੈ ਉਹ ਅਸ਼ਟਪਦੀ ਦਾ ਨਿਚੋੜ ਹੈ। ਤੇ ਅੱਜ ਅਸੀਂ ਜੋ ਹੈ ਸ਼ਲੋਕ ਨੰਬਰ 15ਵਾਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 282 ਦੇ ਉੱਤੇ ਅੰਕਿਤ ਹੈ, ਉਸ ਦੀ ਵਿਚਾਰ ਕਰਦੇ ਹੋਏ ਅੱਗੇ ਉਸ 15ਵੇਂ ਸ਼ਲੋਕ ਦੀ 4 ਅਸ਼ਟਪਦੀਆਂ ਦੇ ਅਸ਼ਟਪਦੀਆਂ ਵਿੱਚੋਂ 4 ਪਹਿਲੇ ਅਸ਼ਟਪਦੀਆਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜੀ। ਬਖਸ਼ਿਸ਼ ਕਰੋ, ਗੁਰੂ ਕਿਰਪਾ ਕਰੇ, ਅਕਾਲ ਪੁਰਖ ਕਿਰਪਾ ਕਰੇ। ਇਹ ਜੋ ਹੈ ਬਾਣੀ ਦੀ ਵਿਚਾਰ ਅਸੀਂ ਸਾਰੇ ਰਲ ਕੇ ਕਰ ਸਕੀਏ ਜੀ।
ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨ ਹਾਰ ਹੈ। ਸੋ ਸਰਬ ਕਲਾ, ਸਾਰੀਆਂ ਤਾਕਤਾਂ ਦਾ, ਸਾਰੀਆਂ ਸ਼ਕਤੀਆਂ ਦਾ, ਸਾਰੀ ਸਟਰੈਂਥ ਦਾ, ਸਾਰੇ ਪਾਵਰਸ ਦਾ ਮਾਲਕ ਕੌਣ ਹੈ? ਪ੍ਰਭ। ਸਰਬ ਕਲਾ, ਸਾਰੀਆਂ ਸ਼ਕਤੀਆਂ ਦਾ ਮਾਲਕ, ਭਰਪੂਰ, ਜਿਹੜਾ ਹਰ ਪਾਸੇ ਭਰਿਆ ਹੋਇਆ ਹੈ, ਪੂਰਿਆ ਹੋਇਆ ਹੈ, ਰਮਿਆ ਹੋਇਆ ਹੈ, ਉਹ ਪ੍ਰਭੂ ਹੀ ਹੈ। ਕਿਸੇ ਕੋਲ ਕੋਈ ਸ਼ਕਤੀ ਹੁੰਦੀ ਹੈ, ਕਿਸੇ ਕੋਲ ਕੋਈ ਸ਼ਕਤੀ ਹੁੰਦੀ ਹੈ, ਕਿਸੇ ਕੋਲ ਕੋਈ ਸ਼ਕਤੀ ਹੁੰਦੀ ਹੈ, ਪਰ ਸਾਰੀਆਂ ਸ਼ਕਤੀਆਂ ਕੇਵਲ ਤੇ ਕੇਵਲ ਅਕਾਲ ਪੁਰਖ ਹੀ ਹਨ, ਕੋਲ ਹੀ ਹਨ। ਸਾਰੀਆਂ ਕਲਾਵਾਂ, ਸਾਰੀਆਂ ਪਾਵਰਸ ਕੇਵਲ ਤੇ ਕੇਵਲ ਪ੍ਰਭੂ ਦੇ ਕੋਲ ਹੀ ਹਨ। ਔਰ ਪ੍ਰਭੂ ਕੈਸਾ ਹੈ? ਬਿਰਥਾ ਜਾਣਨਹਾਰ। ਸਾਡੇ ਅੰਦਰ ਦੀ ਜਿਹੜੀ ਬਿਰਥਾ ਹੈ, ਸਾਡੇ ਅੰਦਰ ਦੀ ਜਿਹੜਾ ਦੁੱਖ ਹੈ, ਵੇਦਨਾ ਹੈ, ਉਹ ਅਕਾਲ ਪੁਰਖ ਜਾਣਦਾ ਹੈ। ਅਸੀਂ ਇੱਕ ਦੂਜੇ ਦੇ ਬੋਲਾਂ ਨੂੰ ਸੁਣ ਕੇ ਕਿਸੇ ਦੇ ਅੰਦਰ ਦੀ ਅਵਸਥਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਗਰ ਕੋਈ ਸਾਡੇ ਨਾਲ ਬੋਲੇ ਹੀ ਨਾ ਤਾਂ ਸਾਨੂੰ ਕੀ ਪਤਾ ਚੱਲਦਾ ਵੀ ਉਹਦੇ ਅੰਦਰ ਕੀ ਚੱਲ ਰਿਹਾ ਹੈ। ਔਰ ਪੂਰੀ ਤਰ੍ਹਾਂ ਬੋਲਾਂ ਦੇ ਵਿੱਚ ਉਹਦੀ ਅੰਦਰ ਦੀ ਬਿਰਥਾ ਆ ਵੀ ਨਹੀਂ ਸਕਦੀ। ਪਰ ਇੱਕੋ ਪ੍ਰਭੂ ਹੀ ਹੈ, ਅਕਾਲ ਪੁਰਖ ਹੀ ਹੈ, ਜਿਹੜੇ ਕਿ ਬਿਰਥਾ ਜਾਣਨਹਾਰ, ਅੰਦਰ ਦੀ ਬਿਰਥਾ ਨੂੰ, ਅੰਦਰ ਦੀ ਵਿਅਰਥਾ ਨੂੰ, ਅੰਦਰ ਦੀ ਦੁੱਖ ਨੂੰ, ਤਕਲੀਫ ਨੂੰ ਉਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। ਇਹ ਉਹਦਾ ਇੰਨੀਆਂ ਕਲਾਵਾਂ ਦੇ ਵਿੱਚੋਂ, ਸ਼ਕਤੀਆਂ ਵਿੱਚੋਂ ਇਹ ਵੀ ਉਹਦੀ ਇੱਕ ਸ਼ਕਤੀ ਹੈ ਕਿ ਬਿਰਥਾ ਜਾਣਨਹਾਰ, ਉਹ ਅੰਤਰਜਾਮੀ ਹੈ, ਉਹ ਅੰਦਰ ਦੀ ਜਾਣਦਾ ਹੈ। ਔਰ ਇਹ ਸ਼ਕਤੀ ਉਹਨੇ ਆਪਣੇ ਕੋਲ ਹੀ ਰੱਖੀ ਹੈ, ਦੂਸਰਿਆਂ ਨੂੰ ਇਹ ਸ਼ਕਤੀ ਨਹੀਂ ਦਿੱਤੀ ਉਹਨੇ। ਔਰ ਬੜਾ ਅੱਛਾ ਕੀਤਾ ਹੈ ਕਿ ਦੂਸਰਿਆਂ ਨੂੰ ਇਹ ਸ਼ਕਤੀ ਨਹੀਂ ਦਿੱਤੀ ਉਹਨੇ। ਅਗਰ ਅਸੀਂ ਇੱਕ ਦੂਜੇ ਦੇ ਅੰਦਰ ਦੇ ਮਨ ਦੀ ਗੱਲ ਪੜ੍ਹਨ ਲੱਗ ਪਈਏ ਉਹਦੇ ਬਿਆਨ ਕਰਨ ਤੋਂ ਬਗੈਰ, ਤੇ ਸ਼ਾਇਦ ਰਿਸ਼ਤੇ ਨਿਭਣੇ ਮੁਸ਼ਕਲ ਹੋ ਜਾਣ। ਮਨ ਈਵਨ ਆਪਣੇ ਪਿਆਰਿਆਂ ਵਾਸਤੇ, ਆਪਣੇ ਬੱਚਿਆਂ ਵਾਸਤੇ, ਸੰਬੰਧੀਆਂ ਵਾਸਤੇ, ਮਿੱਤਰਾਂ ਵਾਸਤੇ ਕਦੀ ਕਦੀ ਕੀ ਕੁਝ ਸੋਚ ਜਾਂਦਾ ਹੈ ਸਰਕਮਸਟੈਂਸ਼ੀਅਲੀ। ਔਰ ਜੇ ਪਤਾ ਚੱਲ ਜੇ ਦੂਸਰੇ ਬੰਦੇ ਨੂੰ ਕਿ ਮੈਂ ਇਹ ਗੱਲ ਉਹਦੇ ਬਾਰੇ ਸੋਚ ਰਿਹਾ ਸੀਗਾ ਉਸ ਦਿਨ, ਇਸ ਵਕਤ, ਐਟ ਦੈਟ ਮੋਮੈਂਟ, ਤੇ ਸ਼ਾਇਦ ਰਿਸ਼ਤੇ ਨਾ ਨਿਭ ਸਕਣ। ਇਹ ਸਤਿਗੁਰੂ ਨੇ ਪਰਦੇ ਪਾਏ ਹੋਏ ਹਨ ਕਿ ਜੋ ਕੁਝ ਹਿਰਦੇ ਵਿੱਚ ਹੈ ਉਹ ਕੇਵਲ ਤੇ ਕੇਵਲ ਰੱਬ ਹੀ ਜਾਣਦਾ ਹੈ। ਉਹਨੇ ਸਾਡੇ ਅੰਦਰ ਕੀ ਚੱਲ ਰਹੇ ਹਨ, ਪਾਪ ਕੀ ਚੱਲ ਰਹੇ ਹਨ, ਵਿਕਾਰ ਕੀ ਚੱਲ ਰਹੇ ਹਨ, ਦੂਜਿਆਂ ਨੂੰ ਨਹੀਂ ਪਤਾ। ਜੇ ਅਸੀਂ ਆਪਣੇ ਅੰਦਰ ਦੀ ਜੋ ਚੱਲ ਰਿਹਾ ਹੈ ਉਹਨੂੰ ਲਿਖਣਾ ਸ਼ੁਰੂ ਕਰ ਦਈਏ ਤੇ ਸ਼ਾਇਦ ਅਸੀਂ ਹੈਰਾਨ ਰਹਿ ਜਾਈਏ ਵੀ ਅਸੀਂ ਇੰਨੇ ਅਪਰਾਧੀ ਹਾਂ, ਪਾਪੀ ਹਾਂ। ਦਿਸ ਇਜ਼ ਵਾਟ ਵੀ ਟਰੂਲੀ ਆਰ। ਪਰ ਇਹ ਕੇਵਲ ਤੇ ਕੇਵਲ ਪਰਮਾਤਮਾ ਅਕਾਲ ਪੁਰਖ ਜਾਣਦਾ ਹੈ, ਹੋਰ ਕੋਈ ਨਹੀਂ ਜਾਣਦਾ। ਬਿਰਥਾ ਜਾਣਨਹਾਰ। ਪਰ ਉਹਨੇ ਪਰਦੇ ਪਾਏ ਹੋਏ ਹਨ। ਇੱਕ ਪਰਦਾ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਸਤਿਗੁਰੂ ਜੀਓ, ਸਾਡੇ ਅੰਦਰ ਵਿਕਾਰ ਭਰੇ ਹੋਏ ਹਨ, ਈਰਖਾ, ਦੁਵੇਸ਼ਤਾ, ਭਰਮ ਭਲੇ ਹੋਏ ਹਨ। ਆਪ ਜੀ ਕਿਰਪਾ ਕਰੋ, ਸਾਡੇ ਪਰਦੇ ਕੱਚ ਲਓ। ਤੁਸੀਂ ਵਿਚੋਲੇ ਹੋ। ਤੈਂਡੀ ਬੰਦਸ਼ ਮੈਂ ਕੋਈ ਨਾ ਡੀਠਾ, ਤੂੰ ਨਾਨਕ ਮਨ ਭਾਨਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਵਿਚੋਲੇ ਦਾ ਕੀ ਕੰਮ ਹੁੰਦਾ ਹੈ? ਵਿਚੋਲਾ ਜਦੋਂ ਦੋ ਰਿਸ਼ਤਿਆਂ ਨੂੰ ਜੋੜਦਾ ਹੈ, ਉਹ ਆਪਸ ਵਿੱਚ ਉਹਨਾਂ ਦਾ ਓਲਾ ਰੱਖ ਜਾਂਦਾ ਹੈ। ਤਾਂ ਹੀ ਕਰਕੇ ਉਹਨੂੰ ਵਿਚੋਲਾ ਰੱਖਿਆ ਹੈ, ਵਿੱਚ ਜਿਹੜਾ ਓਲਾ ਰੱਖ ਜਾਂਦਾ ਹੈ। ਵੈਸੇ ਕੋਈ ਵਿਚੋਲਾ ਦੋ ਜਾਣੇ ਦੇ ਰਿਸ਼ਤੇ ਕਰਾਉਂਦਾ ਹੈ, ਉਹ ਜਦੋਂ ਲੜਕੀ ਵਾਲੇ ਦੀ ਗੱਲ ਲੜਕੇ ਵਾਲੇ ਕੋਲ ਜਾ ਕੇ ਕਰਦਾ ਹੈ, ਉਹ ਲੜਕੀ ਦੇ ਔਗਣ ਨਹੀਂ ਦੱਸਦਾ, ਸਾਰੇ ਗੁਣ ਹੀ ਦੱਸਦਾ ਹੈ। ਉਹ ਔਗਣਾਂ ਦੇ ਨੂੰ ਓਲਾ ਕਰ ਦਿੰਦਾ, ਉਹ 'ਚ ਪਰਦਾ ਪਾ ਦਿੰਦਾ ਹੈ। ਇਸੇ ਤਰ੍ਹਾਂ ਹੀ ਜਦੋਂ ਲੜਕੇ ਵਾਲੇ ਦੀ ਗੱਲ ਲੜਕੀ ਉਹਨਾਂ ਨੂੰ ਦੱਸਦਾ ਹੈ ਤੇ ਉਹ ਕੋਈ ਨੈਗੇਟਿਵ ਚੀਜ਼ਾਂ ਨਹੀਂ ਦੱਸਦਾ, ਉਹਦੀਆਂ ਡੀਮੈਰਿਟਸ ਨਹੀਂ ਦੱਸਦਾ, ਅੱਛੀਆਂ ਗੱਲਾਂ ਹੀ ਉਹਨਾਂ ਨੂੰ ਦੱਸਦਾ ਹੈ, ਉਹਦੇ ਤੇ ਪਰਦਾ ਪਾ ਦਿੰਦਾ ਹੈ ਤੇ ਰਿਸ਼ਤੇ ਗੰਢ ਜਾਂਦੇ ਹਨ। ਤੇ ਅਗਰ ਪਰਦੇ ਨਾ ਪਾਏ ਜਾਣ ਤੇ ਸ਼ਾਇਦ ਰਿਸ਼ਤੇ ਨਾ ਹੋ ਸਕਣ। ਤੇ ਇਹ ਤੇ ਫਿਰ ਕਈ ਵਾਰੀ ਬਾਅਦ ਚੋਂ ਪਤਾ ਚੱਲਦਾ ਵੀ ਵਿਚੋਲੇ ਨੇ ਤੇ ਆਹ ਕਿਹਾ ਸੀਗਾ, ਪਰ ਅਸਲ ਗੱਲ ਇਹ ਹੈਗੀ ਹੈ। ਪਰ ਐਨੀਵੇ, ਸੋ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ, ਸਤਿਗੁਰੂ ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਤੁਸੀਂ ਸਾਡੇ ਵਿਚੋਲੇ ਹੋ। ਕਿਰਪਾ ਕਰੋ, ਤੁਸੀਂ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣਾ ਹੈ। ਕਿਰਪਾ ਕਰੋ, ਸਾਡੇ
ਵਿਕਾਰਾਂ ਤੇ ਸਾਡੇ ਪਾਪਾਂ ਦੇ ਉੱਤੇ ਵੀ ਪਰਦਾ ਪਾ ਦਿਓ ਤੇ ਅੱਗੇ ਤੋਂ ਅਸੀਂ ਇਹ ਪਾਪ ਨਾ ਕਰ ਸਕੀਏ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹਿ ਪਾਪੀ ਪਰਦਾ। ਸੋ ਸਤਿਗੁਰੂ ਜੀ ਸਾਡੇ ਪਾਪੀਆਂ ਦੇ ਪਰਦੇ ਢੱਕ ਲਓ ਤੁਸੀਂ। ਸੋ ਇਹ ਜਿਹੜੀ ਕਲਾ ਹੈ, ਇਹ ਜਿਹੜੀ ਸ਼ਕਤੀ ਹੈ, ਬਹੁਤ ਸਾਰੀਆਂ ਸ਼ਕਤੀਆਂ ਦਾ ਮਾਲਕ ਅਕਾਲ ਪੁਰਖ ਪ੍ਰਭੂ ਹੈ, ਪਰ ਬਿਰਥਾ ਜਾਣਨਹਾਰ ਵਾਲੀ ਜਿਹੜੀ ਹੈ ਉਹ ਸ਼ਕਤੀ ਕੇਵਲ ਅਕਾਲ ਪੁਰਖ ਕੋਲ ਹੈ। ਉਹ ਅੰਦਰ ਦੀ ਜਾਣਦਾ ਹੈ। ਤੇ ਜਾ ਕੇ ਇੱਥੇ ਇਸ ਅਸ਼ਟਪਦੀ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੁਲਾਵਾਂ ਦਾ ਪਾਠ ਹੈ ਤੇ ਜਿਹੜਾ ਕਿ ਲਾਂ ਦੇ ਨਾਲ ਪਾਠ ਅਕਸਰ ਕੀਤਾ ਜਾਂ ਸੁਣਿਆ ਜਾਂਦਾ ਹੈ, ਪੜਿਆ ਜਾਂਦਾ ਹੈ। ਜਾਂ ਕੇ ਸਿਮਰਨ ਉਦਰੀਏ, ਕੇ ਨਹੀਂ ਹੈ, ਦੁਲਾਵਾਂ ਦੇ ਨਾਲ ਹੈ ਜਾ ਕੇ ਸਿਮਰਨ ਉਧਰੀਏ। ਇਹਨੂੰ ਨਾਸਕੀ ਨਾਲ ਹੀ ਕਹਿਣਾ ਜਾਂ ਕੈ ਨਹੀਂ ਪੜਨਾ ਇਹਨੂੰ। ਜਾਂ ਦਾ ਹੋਏਗਾ ਵੀ ਦੈਟ ਔਰ ਜਾਂ ਉਹਦੇ ਇਦਾਂ ਦੇ ਕਰਨ ਨਾਲ। ਇੱਥੇ ਜਾ ਕੇ ਜਿਸ ਦੇ ਸਿਮਰਨ ਨੰਨੇ ਨੂੰ ਸਿਹਾਰੀ ਹੈ, ਸਿਮਰਨ ਦੇ ਦੁਆਰਾ ਉਧਰੀ ਹੈ, ਸਾਡਾ ਉਧਾਰ ਹੋ ਜਾਂਦਾ ਹੈ। ਉਧਰ ਵੀ ਲਫ਼ਜ਼ ਅਸੀਂ ਦੇਖਦੇ ਹਾਂ। ਇੱਕ ਲਫ਼ਜ਼ ਹੈ ਊੜਾ ਦੱਦਾ ਰਾਰਾ, ਉਦਰ। ਉਹ ਉਦਰ ਹੈਗਾ ਆ ਮਾਤਾ ਦਾ ਗਰਭ। ਮਾਤਾ ਕੇ ਉਦਰ ਮੇ ਪ੍ਰਤਪਾਲ ਕਰੇ ਸੋ ਕਿਉ ਮਨੁ ਵਿਸਾਰੀਏ, ਜਾਂ ਉਦਰੇ ਮਾਏ ਆਏ ਕੀਆ ਨਿਵਾਸਾ। ਸੋ ਉਦਰ ਦਾ ਭਾਵ ਹੈ ਮਾਂ ਦਾ ਗਰਭ, ਜਿਹਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਡਿਵੈਲਪਮੈਂਟ ਹੁੰਦੀ ਹੈ। ਤੇ ਉਧਰ ਧੱਦੇ ਦੇ ਨਾਲ, ਇਹਨੂੰ ਉਧਰੀਏ ਨਹੀਂ ਪੜਨਾ, ਉਧਰੀਆ, ਜਿਹਦੇ ਉਹ ਸਿਮਰਨ ਦੇ ਨਾਲ ਉਧਾਰ ਹੋ ਜਾਂਦਾ ਹੈ। ਵੀ ਸਵਿਮ ਅਕ੍ਰੋਸ, ਅਸੀਂ ਲਿਬਰੇਟ ਹੋ ਜਾਂਦੇ ਹਾਂ, ਮੁਕਤ ਹੋ ਜਾਂਦੇ ਹਾਂ। ਉਹ ਅਕਾਲ ਪੁਰਖ ਜਿਹੜੀਆਂ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਅੰਦਰ ਦੀ ਜਾਣਦਾ ਹੈ। ਜਾ ਕੇ ਸਿਮਰਨ ਉਧਰੀਏ, ਉਹਦੇ ਗੁਣਾਂ ਨੂੰ, ਉਹਦੇ ਸਿਮਰਨ ਦੁਆਰਾ ਉਹਦੇ ਗੁਣਾਂ ਨੂੰ ਆਪਣੀ ਸਿਮਰਤੀ ਵਿੱਚ ਲਿਆਉਣ ਦੇ ਨਾਲ ਸਾਡਾ ਉਧਾਰ ਹੋ ਜਾਂਦਾ ਹੈ। ਨਾਨਕ, ਇੱਥੇ ਰੁਕਣਾ ਕਿਉਂਕਿ ਇਹ ਸੰਬੋਧਨ ਹੈ। ਨਾਨਕ ਤਿਸ ਬਲਹਾਰ, ਉਸ ਪ੍ਰਭੂ ਦੇ ਉੱਤੇ ਅਸੀਂ ਬਲ ਹਾਰ ਜਾਂਦੇ ਹਾਂ। ਬਲ ਮੀਨਸ ਆਪਣਾ ਬਲ ਹਾਰ ਜਾਂਦੇ ਹਾਂ, ਆਪਣੇ ਆਪ ਨੂੰ ਕੰਪਲੀਟ ਸਰੈਂਡਰ ਕਰ ਦਿੰਦੇ ਹਾਂ, ਸੈਕਰੀਫਾਈਸ ਕਰ ਦਿੰਦੇ ਹਾਂ ਆਪਣਾ ਆਪ। ਨਾਨਕ ਤਿਸ ਬਲਿਹਾਰ, ਆਪਣਾ ਬਲ ਹਾਰ ਜਾਂਦੇ ਹਾਂ, ਕੰਪਲੀਟ ਸਰੈਂਡਰ ਕਰ ਦਿੰਦੇ ਹਾਂ ਆਪਣੇ ਆਪ ਨੂੰ। ਕੋਈ ਜਿਹੜਾ ਚਤੁਰਾਈ ਸਿਆਣਪਾਂ ਕੁਛ ਨਹੀਂ ਰਹਿੰਦੀਆਂ ਸਾਡੇ ਕੋਲ, ਸਾਰਾ ਕੁਝ ਹਾਰ ਕੇ ਹੋਏ ਨਿਮਾਣੀ ਢਹਿ ਪਈ, ਉਹਦੇ ਨਿਮਾਣੇ ਹੋ ਕੇ ਉਹਦੇ ਕੇ ਢਹਿ ਪੈਂਦੇ ਹਾਂ ਅਸੀਂ। ਸੋ ਇਹ ਸ਼ਲੋਕ ਹੈ। ਸੋ ਇਸ ਸ਼ਲੋਕ ਦੇ ਵਿੱਚ ਅੱਗੇ ਪੂਰੀ ਅਸ਼ਟਪਦੀਆਂ ਦਾ ਹੈ, ਪੂਰੀ ਅਸ਼ਟਪਦੀ ਦਾ ਨਿਚੋੜ ਹੈ, ਭਾਵ ਖੋਲ ਕੇ ਅੱਗੇ ਦੱਸਿਆ ਗਿਆ ਹੈ। ਸੋ ਪਹਿਲਾ ਜਿਹੜਾ ਪਦਾ ਹੈ ਇਹਦਾ ਕਿ ਅਸ਼ਟਪਦੀ 8 ਪਦਿਆਂ ਵਾਲੇ ਸ਼ਬਦ। ਟੂਟੀ ਗਾਂਡਨਹਾਰ ਗੋਪਾਲ, ਇੱਥੇ ਲਫ਼ਜ਼ ਆਇਆ ਹੈ ਗੋਪਾਲ। ਗੱਗੇ ਨੂੰ ਹੋੜਾ ਵੀ ਹੈ ਤੇ ਗੱਗੇ ਨੂੰ ਔਂਕੜ ਵੀ ਹੈ। ਸੋ ਕਿੱਦਾਂ ਪ੍ਰੋਨਾਂਸ ਕਰਨਾ ਹੈ? ਗੋਪਾਲ ਕੇ ਗੋਪਾਲ, ਦੋ ਚੀਜ਼ਾਂ ਕਿਉਂ ਆ ਗਈਆਂ? ਇਹ ਇਸ ਕਰਕੇ ਕਿ ਜਦੋਂ ਕਾਵ ਦੀ ਰਚਨਾ ਦੇ ਵਿੱਚ ਕੋਈ ਲਫ਼ਜ਼ ਭਾਰੀ ਪੈਂਦਾ ਜਾਂ ਹਲਕਾ ਪੈਂਦਾ ਹੈ, ਉਹਦੀ ਇੱਕ ਮਾਤਰਾ ਵਧਾ ਦਿੱਤੀ ਜਾਂਦੀ ਹੈ ਜਾਂ ਘਟਾ ਦਿੱਤੀ ਜਾਂਦੀ ਹੈ। ਕਾਵ ਰਚਨਾ ਵਾਸਤੇ, ਰਾਗ ਵਿੱਚ ਗਾਇਨ ਕਰਕੇ, ਪ੍ਰੋਨਾਂਸੀਏਸ਼ਨ ਵਾਸਤੇ, ਇਸ ਕਰਕੇ ਇਹ ਇਸ ਤਰ੍ਹਾਂ ਆਉਂਦਾ ਹੈ। ਸੋ ਇੱਥੇ ਲਫ਼ਜ਼ ਹੈ ਗੱਗੇ ਨੂੰ ਔਂਕੜ ਤੇ ਗੱਗੇ ਨੂੰ ਹੋੜਾ। ਤੇ ਰੂਲ ਆਫ ਥੰਬ ਇਹ ਹੈਗਾ ਕਿ ਜਦੋਂ ਇਸ ਤਰ੍ਹਾਂ ਦੀ ਚੀਜ਼ ਆ ਜਾਵੇ, ਉਦੋਂ ਜਦੋਂ ਅਰਥ ਕਰਨੇ ਹਨ, ਉਦੋਂ ਅਸਲ ਲਫ਼ਜ਼ ਦੇ ਅਰਥ ਕਰਦੇ ਹਨ। ਜਿਸ ਤਰ੍ਹਾਂ ਗੋਪਾਲ, ਅਰਥ ਗੋਪਾਲ ਦੇ ਕਰਨੇ ਹਨ, ਪਰ ਪ੍ਰੋਨਾਉਂਸ ਗੋਪਾਲ ਕਰਨਾ ਹੈ। ਲਘੂ ਮਾਤਰਾ ਦੇ ਨਾਲ ਕਰਨਾ ਹੈ, ਗੁਰੂ ਮਾਤਰਾ ਦੇ ਨਾਲ ਨਹੀਂ ਕਰਨਾ। ਅਸੀਂ ਜਿੱਦਾਂ ਲਫ਼ਜ਼ ਦੇਖਦੇ ਹਾਂ ਲੁਭਾਨ, ਲੱਲੇ ਨੂੰ ਔਂਕੜ ਵੀ ਹੈਗਾ, ਲੱਲੇ ਨੂੰ ਹੋੜਾ ਵੀ ਹੈਗਾ ਆ, ਪਰ ਐਕਚੁਅਲ ਲਫ਼ਜ਼ ਹੈਗਾ ਲੋਭਾਨ, ਲੋਭ। ਪਰ ਕਿਉਂਕਿ ਔਂਕੜ ਹੈ ਤਾਂ ਅਰਥ ਲੋਭਾਨ ਦੇ ਕਰਨੇ ਹਨ, ਪ੍ਰੋਨਾਂਸੀਏਸ਼ਨ ਜਿਹੜੀ ਹੈ ਕਿ ਲੁਭਾਨ ਦੇ ਕਰਨੇ ਆ। ਸੋਲੇ ਦਾ ਪਾਠ ਆਪ ਜੀ ਕਰਦੇ ਹੀ ਹੋ, ਉਹਦੇ ਵਿੱਚ ਆਉਂਦਾ ਹੈ ਕਿ ਸਹਿਸ ਮੂਰਤ ਨਨਾ ਏਕ ਤੋਹੀ, ਲਫ਼ਜ਼ ਤੇ ਤੂੰ ਹੀ ਹੈ, ਪਰ ਉੱਥੇ ਤੂੰ ਹੀ ਦੇ ਅਰਥ ਕਰਾਂਗੇ, ਪ੍ਰੋਨਾਂਸੀਏਸ਼ਨ ਤੋਹੀ ਕਰਾਂਗੇ। ਉੱਥੇ ਤੱਤੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ ਹੈ। ਦੂਸਰਾ ਅੰਨ ਦਿਨੋਂ ਮੋਹੇ
ਆਈ ਪਿਆਸਾ। ਅਨ ਦਿਨ, ਲਫ਼ਜ਼ ਤੇ ਅਨ ਦਿਨ ਹੈ, ਹਾਂ ਅਨ ਦਿਨ ਹਰ ਨਾਮ ਕੀਰਤਨ ਕਰੋ, ਪਰ ਉੱਥੇ ਨੰਨੇ ਨੂੰ ਔਂਕੜ ਵੀ ਹੈ ਤੇ ਹੂੜਾ ਵੀ ਹੈ। ਉੱਥੇ ਅਨ ਦਿਨੋਂ ਕਰਾਂਗੇ ਪਾਠ, ਅਰਥ ਅਨ ਦਿਨ ਦੇ ਕਰਨੇ ਹਨ। ਸੋ ਇੱਥੇ ਵੀ ਜਿਹੜਾ ਹੈਗਾ ਪ੍ਰੋਨੰਸੀਏਸ਼ਨ ਗੋਪਾਲ ਦੀ ਪ੍ਰੋਨੰਸੀਏਸ਼ਨ ਜੋ ਹੈ ਆਏਗੀ ਇਹਦੇ ਵਿੱਚ। ਗੋ ਮੀਨਸ ਕ੍ਰੀਏਸ਼ਨ, ਧਰਤੀ, ਪਾਲ ਮੀਨਸ ਜਿਹੜਾ ਪਾਲਣਾ ਕਰਦਾ ਹੈ ਉਹਦੀ। ਗੋਬਿੰਦ, ਗੋ ਮੀਨਸ ਕ੍ਰੀਏਸ਼ਨ, ਬਿੰਦ ਮੀਨਸ ਜਿਹੜਾ ਪੈਦਾ ਕਰਦਾ ਹੈ, ਦ ਕ੍ਰੀਏਟਰ ਆਫ ਦ ਕ੍ਰੀਏਸ਼ਨ। ਗੋਪਾਲ ਮੀਨਸ ਦ ਚੈਰਿਸ਼ਰ ਆਫ ਦ ਕ੍ਰੀਏਸ਼ਨ। ਸੋ ਟੂਟੀ ਗਾਂਡਨ ਹਾਰ ਗੋਪਾਲ। ਟੂਟੀ, ਕਿਸ ਚੀਜ਼ ਤੋਂ ਅਸੀਂ ਟੁੱਟੇ ਹੋਏ ਹਾਂ? ਅਸੀਂ ਅਕਾਲ ਪੁਰਖ ਦੇ ਗੁਣਾਂ ਤੋਂ ਅਸੀਂ ਟੁੱਟੇ ਹੋਏ ਹਾਂ, ਉਹਦੇ ਤੋਂ ਅਸੀਂ ਟੁੱਟੇ ਹੋਏ ਹਾਂ। ਸਾਨੂੰ ਆਪਣੇ ਮਨ ਦੇ ਪਿੱਛੇ ਚੱਲਦੇ ਹਾਂ, ਔਗਣਾਂ ਦੇ ਵਿੱਚ ਅਸੀਂ ਭਰੇ ਹੋਏ ਹਾਂ, ਉਹ ਗੁਣਾਂ ਨਾਲੋਂ ਅਸੀਂ ਟੁੱਟੇ ਹੋਏ ਹਾਂ। ਤੇ ਜਦੋਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ, ਗੁਰੂ ਸਾਨੂੰ ਅਕਾਲ ਪੁਰਖ ਦੇ ਗੁਣ ਦੱਸਦਾ ਹੈ, ਅਸੀਂ ਉਹਨਾਂ ਗੁਣਾਂ ਨੂੰ ਅਡਾਪਟ ਕਰਦੇ ਹਾਂ, ਅਰਦਾਸ ਕਰਦੇ ਹਾਂ, ਇੰਪਲੀਮੈਂਟ ਕਰਦੇ ਹਾਂ। ਸਾਡੀ ਟੁੱਟਿਆਂ ਹੋਇਆਂ ਦੀ ਗੰਢ ਉਹਦੇ ਨਾਲ ਉਹ ਪਾ ਲੈਂਦਾ ਹੈ। ਉਹ ਅਕਾਲ ਪੁਰਖ ਸਾਨੂੰ ਉਹਦੇ ਔਗਣਾਂ ਨੂੰ ਟੁੱਟਿਆਂ ਹੋਇਆਂ ਦੇ ਨਾਲ ਜੋੜ ਲੈਂਦਾ ਹੈ, ਮਿਲਾ ਲੈਂਦਾ ਹੈ। ਗੁਰੂ ਦੇ ਦੱਸੇ ਹੋਏ ਹੁਕਮ ਸਦਕਾ, ਉਪਦੇਸ਼ ਸਦਕਾ ਅਸੀਂ ਅਕਾਲ ਪੁਰਖ ਦੇ ਨਾਲ ਟੁੱਟੀ ਹੋਈ ਜਿਹੜੀ ਸਾਡੀ ਗੰਢ ਹੈ ਉਹਦੇ ਨਾਲ ਅਸੀਂ ਜੁੜ ਜਾਂਦੇ ਹਾਂ। ਸੋ ਅਸੀਂ ਗੁਨਾਹ ਕਰਕੇ ਗੋਪਾਲ ਦੇ ਨਾਲ ਟੁੱਟੇ ਹੋਏ ਹਾਂ, ਪਰ ਉਹ ਜਿਹੜਾ ਹੈਗਾ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਦੁਆਰਾ ਅਸੀਂ ਉਹਦੇ ਗੁਣਾਂ ਨੂੰ ਧਾਰਨ ਕਰਦੇ ਹਾਂ, ਸਾਡੀ ਟੁੱਟੀ ਗੰਢੀ ਜਾਂਦੀ ਹੈ ਗੋਪਾਲ ਦੇ ਨਾਲ। ਉਹ ਗੋਪਾਲ ਸਰਬ ਜੀਆਂ ਆਪੇ ਪ੍ਰਤੀਪਾਲ, ਇਹਨੂੰ ਪ੍ਰਿਤਪਾਲ ਕਈ ਵਾਰੀ ਪੜ ਜਾਂਦੇ ਹਨ, ਪਰ ਇੱਥੇ ਇਹਦੀ ਕਰੈਕਟ ਪ੍ਰੋਨਾਂਸੀਏਸ਼ਨ ਜਿਹੜੀ ਲੱਗਦੀ ਹੈ ਉਹ ਪ੍ਰਤੀਪਾਲ ਹੈ। ਸਰਬ ਜੀਆਂ, ਸਾਰੇ ਜੀਆਂ ਨੂੰ ਅਕਾਲ ਪੁਰਖ ਆਪ ਹੀ ਪਾਲਦਾ ਹੈ। ਯਾਦ ਕਰੇ, ਉਹ ਆਪਣੇ ਗੁਣਾਂ ਨਾਲ ਪਾਲਦਾ ਹੈ। ਸਾਰਿਆਂ ਦੀ ਪਾਲਣਾ ਉਹ ਕੰਮ ਆਪ ਕਰ ਰਿਹਾ ਹੈ। ਆਤਮਿਕ ਤੌਰ ਤੇ ਵੀ ਸਾਰਿਆਂ ਨੂੰ ਉਸਨੇ ਗੁਣ ਦਿੱਤੇ ਹਨ। ਤੇ ਸਿਰਫ ਇੱਥੇ ਰੋਜ਼ੀ ਰੋਟੀ ਦਾ ਹੀ ਮਸਲਾ ਨਹੀਂ ਹੈ ਵੀ ਸਾਰਿਆਂ ਨੂੰ ਰੋਜ਼ੀ ਦਿੰਦਾ ਹੈ। ਹਰ ਇੱਕ ਚੀਜ਼ ਦਾ ਮਸਲਾ ਹੈ, ਭਾਵੇਂ ਆਰਥਿਕ ਮਸਲਾ ਹੈ, ਭਾਵੇਂ ਰੋਟੀ ਪਾਣੀ ਦਾ ਮਸਲਾ ਹੈ, ਭਾਵੇਂ ਸਮਾਜਿਕ ਪੱਖ ਹੈ, ਭਾਵੇਂ ਦੁਨੀਆਦਾਰੀ ਦਾ, ਰਿਸ਼ਤੇਦਾਰੀ ਦਾ ਜੁੜਨ ਹੈਗਾ, ਭਾਵੇਂ ਰਾਜਨੀਤਿਕ ਪੱਖ ਹੈ। ਸਾਰੇ ਪੱਖਾਂ ਦੇ ਵਿੱਚ ਸਭ ਨੂੰ ਉਹ ਸੋਝੀ ਦਿੰਦਾ ਹੈ। ਸਰਬ ਜੀਆਂ ਆਪੇ ਪ੍ਰਤੀਪਾਲ ਤੇ ਸਗਲ ਕੀ ਚਿੰਤਾ ਜਿਸ ਮਨ ਮਾਹੇ। ਅਸੀਂ ਲੋਕ ਕਰਦੇ ਹਾਂ ਚਿੰਤਾ, ਅਸੀਂ ਲੋਕ ਕਰਦੇ ਹਾਂ ਵਰੀ ਵੀ ਮੇਰਾ ਆਹ ਕੰਮ ਨਾ ਹੋਇਆ ਫਿਰ ਕੀ ਹੋਊਗਾ, ਮੈਂ ਬਿਮਾਰ ਨਾ ਹੋ ਜਾਵਾਂ, ਚਿੰਤਤ ਹੈ। ਸਤਿਗੁਰੂ ਕਹਿੰਦੇ ਹਨ ਕਿ ਚਿੰਤਤ ਹੀ ਦੀਸੇ ਸਭ ਕੋਏ। ਹਰ ਬੰਦਾ ਚਿੰਤਾ ਦੇ ਵਿੱਚ, ਝੋਰਿਆਂ ਦੇ ਵਿੱਚ, ਫਿਕਰ ਦੇ ਵਿੱਚ ਹੈ। ਪਰ ਸਗਲ ਕੀ ਚਿੰਤਾ, ਕਿ ਰੱਬ ਵੀ ਵਰੀ ਕਰਦਾ ਹੈ। ਗੁਰਬਾਣੀ ਚ ਬਹੁਤ ਪੰਕਤੀਆਂ ਆਉਂਦੀਆਂ ਹਨ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਰੱਬ ਜਿਹੜਾ ਹੈਗਾ ਆ ਉਹ ਵਰੀ ਨਹੀਂ ਕਰਦਾ। ਸੋ ਉੱਥੋਂ ਭਾਵ ਹੈ ਕਿ ਰੱਬ ਜਿਹੜਾ ਹੈਗਾ ਆ ਉਹ ਅਵੇਅਰ ਹੈ ਆਪਣੇ ਗੁਣਾਂ ਦੇ ਪ੍ਰਤੀ, ਆਪਣੇ ਨਿਯਮ ਦੇ ਪ੍ਰਤੀ, ਆਪਣੇ ਫਰਜ਼ਾਂ ਦੇ ਪ੍ਰਤੀ। ਉਹ ਕੇਅਰਫੁਲ ਹੈ ਕਿ ਜੋ ਉਹਨੇ ਨਿਯਮ ਬਣਾਏ ਹਨ, ਸਿਸਟਮ ਬਣਾਏ ਹਨ, ਉਹਦੇ ਵਿੱਚ ਸਾਰੇ ਜਾਣੇ ਸਸਟੇਨ ਹੋ ਸਕਣ। ਉਹਨੇ ਲਾਈਫ ਪ੍ਰੋਡਿਊਸ ਕੀਤੀ ਹੈ, ਉਹਨੂੰ ਇਹ ਕੇਅਰਫੁਲ ਹੈਗਾ ਆ ਉਹ ਕਿ ਐਵਰੀਥਿੰਗ ਜੋ ਉਹਨੇ ਨਿਯਮ ਚ ਪੈਦਾ ਕੀਤੇ ਹੈ ਉਹ ਸਸਟੇਨ ਹੋਵੇ। ਉਹ ਦੇ ਨਿਯਮ ਵਿੱਚ ਉਹ ਆਕਸੀਜਨ ਦੇ ਰਿਹਾ ਹੈ ਕਿਉਂਕਿ ਆਕਸੀਜਨ ਵਾਸਤੇ ਚਾਹੀਦੀ ਹੈ। ਉਹ ਨਿਯਮ ਚ ਇਹ ਨਹੀਂ ਕਰੇਗਾ ਕਿ ਮੈਂ ਨਾਈਟ੍ਰੋਜਨ ਦੇ ਦਿਆਂ ਤੇ ਉਹਦੇ ਨਾਲ ਬੰਦੇ ਸਾਹ ਲੈ ਲੈਣ। ਇਸ ਤਰ੍ਹਾਂ ਨਹੀਂ ਹੋਏਗਾ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਉਹਨੂੰ ਹੀ ਅਵੇਅਰ ਹੈ। ਬੱਚੇ ਦਾ ਜਨਮ ਹੁੰਦਾ ਹੈ, ਜਨਮ ਤੋਂ ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਵਾ। ਉਹਦੇ ਬੱਚੇ ਨੂੰ ਜਨਮ ਹੁੰਦੇ ਹੀ ਆਕਸੀਜਨ ਦੀ ਜ਼ਰੂਰਤ ਹੈ, ਪੈਦਾ ਕਰ ਦਿੱਤੀ ਹੈ। ਖੁਰਾਕ ਦੀ ਜ਼ਰੂਰਤ ਹੈ, ਪੈਦਾ ਕਰ ਦਿੱਤੀ ਹੈ ਮਾਤਾ ਦੇ ਸਰੀਰ ਦੇ ਵਿੱਚ ਉਹਨੇ। ਸੋ ਸਗਲ ਕੀ ਚਿੰਤਾ ਜਿਸ ਮਨ ਮਾਹੇ, ਉਹ ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੈ। ਤਾਂ ਤੂੰ ਚਿੰਤਾ ਨਾ ਕਰ, ਅਸੀਂ ਚਿੰਤਾ ਨਾ ਕਰੀਏ।
ਸੋ ਕਰਤਾ ਚਿੰਤਾ ਕਰੇ, ਉਹ ਆਪਣੇ ਫਰਜ਼ਾਂ ਨੂੰ ਅਵੇਅਰ ਹੈ। ਜੋ ਉਹਦੇ ਫਰਜ਼ ਹਨ, ਜੋ ਉਹਦੇ ਗੁਣ ਹਨ, ਜੋ ਉਹਦੇ ਨਿਯਮ, ਅਸੀਂ ਤੇ ਉਹਨਾਂ ਨੂੰ ਅਡਾਪਟ ਕਰਨਾ ਹੈ। ਤੇ ਅਸੀਂ ਚਿੰਤਾ ਨਹੀਂ ਕਰਨੀ, ਅਸੀਂ ਚਿੰਤਨ ਕਰਨਾ ਹੈ ਉਸਦਾ। ਉਹ ਆਪਣੇ ਕੰਮਾਂ ਤੋਂ ਅਵੇਅਰ ਹੈਗਾ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਾਂ ਤੇ ਤਿਸ ਤੇ ਬਿਰਥਾ ਕੋਈ ਨਾਹੀ। ਤਿਸ ਕਿਸ ਜਿਸ ਸੱਸਾ ਹਮੇਸ਼ਾ ਔਂਕੜ ਦੇ ਨਾਲ ਆਉਂਦਾ ਹੈ। ਤਿਸ ਤੇ ਬਿਰਥਾ, ਉਸ ਤੋਂ ਹੁਣ ਬਿਰਥਾ, ਇੱਥੇ ਵੀ ਬਿਰਥਾ ਆ ਗਿਆ, ਉੱਪਰ ਆ ਗਿਆ ਸੀਗਾ ਕਿ ਬਿਰਥਾ ਜਾਣਨਹਾਰ, ਅੰਦਰ ਦੀ ਦੁੱਖ ਪੇਨ ਉਹ ਜਾਣਦਾ ਹੈ। ਇੱਥੇ ਬਿਰਥਾ ਦਾ ਭਾਵ ਹੈ ਖਾਲੀ। ਉਸ ਤੋਂ ਖਾਲੀ ਕੋਈ ਨਹੀਂ ਹੈ, ਉਹਦੇ ਸਿਸਟਮ ਤੋਂ ਪਰੇ ਕੋਈ ਵੀ ਨਹੀਂ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਸੋ ਉਹਦੇ ਨਿਯਮਾਂ 'ਚ ਕੋਈ ਕਥਾਈ ਨਹੀਂ ਹੈ, ਉਸ ਤੋਂ ਬਿਰਥਾ, ਉਸ ਤੋਂ ਖਾਲੀ ਕੋਈ ਨਹੀਂ ਹੈ। ਇਸ ਕਰਕੇ ਭਾਈ, ਉਹ ਮੇਰੇ ਮਨ ਤੂੰ ਬੜੀਆਂ ਨੂੰ ਚਿੰਤਾ ਕਰਦਾ ਹੈ, ਬੜੀਆਂ ਗੱਲਾਂ ਤੂੰ ਯਾਦ ਰੱਖਦਾ ਹੈ, ਲੋਕਾਂ ਦੀ ਪ੍ਰਤੀ ਈਰਖਾ ਤੇਰੇ ਮਨ ਵਿੱਚ ਹੈ, ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ, ਨਿੰਦਿਆ ਉਸਤਤ ਤੇਰੇ ਮਨ ਵਿੱਚ ਹੈ। ਤੂੰ ਉਹਨਾਂ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦਾ ਹੈ, ਚਿਤਵਨ ਕਰੀ ਜਾਂਦਾ ਹੈ, ਸੋਚੀ ਕਰੀ ਜਾਂਦਾ ਹੈ। ਸੋ ਹੇ ਮੇਰੇ ਮਨ, ਰੇ ਮਨ ਮੇਰੇ, ਇਹ ਮੇਰੇ ਮਨ ਸਦਾ ਹਰ ਜਾਪ, always contemplate your thoughts onto the virtues of Akal Purkh। ਸਦਾ ਹਰ ਜਾਪ, ਹਮੇਸ਼ਾ ਅਕਾਲ ਪੁਰਖ ਦਾ ਜਾਪ ਕਰ। ਮਨ ਨੂੰ ਕਿਹਾ ਕਿ ਤੂੰ ਜਾਪ ਕਰ। ਜਾਪ ਤੋਂ ਭਾਵ ਹੈ ਕਿ ਜੋ ਅਕਾਲ ਪੁਰਖ ਦੇ ਗੁਣ ਹਨ, ਉਹਨਾਂ ਨੂੰ ਅਡਾਪਟ ਕਰ, ਉਹਨਾਂ ਨੂੰ ਅਪਣਾ। ਅਕਾਲ ਪੁਰਖ ਦੇ ਗੁਣਾਂ ਨੂੰ, ਉਹ ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਬੰਗ ਹੈ, ਇਹ ਗੁਣਾਂ ਨੂੰ ਅਡਾਪਟ ਕਰ ਆਪਣੇ ਅੰਦਰ। ਜਦੋਂ ਤੂੰ ਗੁਣਾਂ ਨੂੰ ਮੇਰੇ ਮਨ ਅਡਾਪਟ ਕਰੇਗਾ, ਹਮੇਸ਼ਾ ਅਡਾਪਟ ਕਰ ਦਾਂਗਾ, ਹਰ ਜਾਪ ਤੂੰ ਵੀ ਹਰੀ ਵਰਗਾ ਜਾਪਣ ਲੱਗ ਜਾਏਗਾ। ਉਹਦੇ ਗੁਣ ਕਿਆ ਹੈ? ਗੁਣੀ ਸਮਾਵਣੀਆਂ। ਜਿਹੜੇ ਰੱਬ ਨੂੰ ਯਾਦ ਕਰਦੇ ਹਨ, ਉਹ ਰੱਬ ਦੇ ਵਿੱਚ ਹੀ ਸਮਾ ਜਾਂਦੇ ਹਨ, ਰੱਬ ਦਾ ਹੀ ਰੂਪ ਹੋ ਜਾਂਦੇ ਹਨ, ਪ੍ਰਤੱਖ ਹਰੀ ਹੀ ਹੋ ਜਾਂਦੇ ਹਨ। ਸੋ ਮੇਰੇ ਮਨ ਮੇਰੇ ਸਦਾ ਹਰ ਜਾਪ, ਅਬਿਨਾਸ਼ੀ, ਬੱਬੇ ਨੂੰ ਸਿਹਾਰੀ ਹੈ, ਪ੍ਰਭ ਆਪੇ ਆਪ। ਅਬਿਨਾਸ਼ੀ, ਅਬਿਨਾਸ਼ੀ ਦਾ ਭਾਵ ਹੈ ਕਿ ਉਹ ਨਾਸ਼ ਨਹੀਂ ਹੁੰਦਾ। ਸਦਾ ਨਿਯਮ ਨਾਸ਼ ਨਹੀਂ ਹੁੰਦੇ, ਉਹਦੇ ਗੁਣ ਕਦੀ ਨਾਸ਼ ਨਹੀਂ ਹੁੰਦੇ। ਭਾਵੇਂ ਉਹ ਨਿਰਗੁਣ ਰੂਪ ਵਿੱਚ ਹੈ, ਭਾਵੇਂ ਉਹ ਸਰਗੁਣ ਰੂਪ ਵਿੱਚ ਹੈ, ਪਦਾਰਥ ਰੂਪ ਵਿੱਚ ਹੈ, ਉਹ ਨਾਸ਼ ਨਹੀਂ ਹੁੰਦੇ। ਪਦਾਰਥ ਵੀ ਨਾਸ਼ ਨਹੀਂ ਹੁੰਦੇ। ਸਰਗੁਣ ਰੂਪ ਵਿੱਚ ਹਵਾ ਹੈ, ਪਾਣੀ ਹੈ, ਮਿੱਟੀ ਹੈ, ਅੱਗ ਹੈ, ਸਾਡਾ ਸਰੀਰ ਹੈ, ਪਸ਼ੂ ਹੈ, ਪੰਛੀ ਹੈ, ਬਨਸਪਤੀ ਹੈ, ਸਭ ਕੁਝ ਹੈ, ਇਹ ਨਾਸ਼ ਨਹੀਂ ਹੁੰਦੇ। ਇੱਕ ਪੱਤਾ ਗਿਰਦਾ ਹੈ, ਹੇਠਾਂ ਧਰਤੀ ਤੇ ਗਿਰ ਜਾਂਦਾ ਹੈ, ਅਸੀਂ ਕਹਿੰਦੇ ਪੱਤਾ ਖਤਮ ਹੋ ਗਿਆ, ਪਰ ਕੋਈ ਕਹਿੰਦਾ ਨਹੀਂ, ਪੱਤਾ ਮਿੱਟੀ ਤੇ ਗਿਰਿਆ, ਮਿੱਟੀ ਦਾ ਰੂਪ ਬਣ ਕੇ ਖਾਦ ਬਣ ਗਿਆ, ਖਾਦ ਜੜ ਵਿੱਚ ਗਈ, ਜੜ ਤੋਂ ਫਿਰ ਪੱਤਾ ਆ ਕੇ ਇੱਕ ਨਵੇਂ ਪੱਤੇ ਵਿੱਚ ਚਲਾ ਗਿਆ। ਅਗਰ ਕੋਈ ਬੰਦਾ ਕਿਸੇ ਲੈਸੇ ਜੰਗਲ ਵਿੱਚ ਜਾ ਰਿਹਾ, ਜਾਂਦਾ ਭੁੱਲ ਗਿਆ ਆ, ਉੱਥੇ ਦੀ ਡੈਥ ਹੋ ਜਾਂਦੀ, ਉਹਦੀ ਬੋਡੀ ਉੱਤੇ ਪਈ ਹੈ, ਕੋਈ ਦਫਨਾਉਣ ਵਾਲਾ ਨਹੀਂ ਹੈ, ਬੋਡੀ ਵਿੱਚੋਂ ਕੀ ਹੋਏਗਾ? ਜਿਹੜੀ ਉਹਦੀ ਟੈਂਪਰੇਚਰ ਹੈ, ਅੱਗ 'ਚ ਮਿਲ ਜਾਊਗੀ, ਅੰਦਰ ਪਾਣੀ ਹੈਗਾ ਉਹ ਵੈਪੋਰੇਟ ਹੋ ਕੇ ਖਤਮ ਹੋ ਜਾਏਗਾ, ਮਿੱਟੀ ਵਿੱਚ ਮਿਲ ਜਾਏਗੀ, ਪੰਜ ਤੱਤ 'ਚ ਮਿਲ ਜਾएंगे। पांच तत्व को तन रचियो जानो चतुर सुजान, जैते उपजो नाम नानका लीन ताहे मेहमान। ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਮਿੱਟੀ ਚਲ ਜਾਏਗੀ, ਸਕੈਲਟਨ ਰਹਿ ਜਾਏਗਾ, ਹੱਡੀਆਂ ਰਹਿ ਜਾਣਗੀਆਂ, ਥੋੜੀ ਬਹੁਤ ਉਹ ਵੀ ਡੀਕੰਪੋਜ਼ ਹੋ ਜਾਣਗੀਆਂ। ਮਰਿਆ ਕੀ? ਕੁਝ ਵੀ ਨਹੀਂ ਮਰਿਆ। ਉਹ ਅਬਿਨਾਸ਼ੀ ਹੈ ਤੇ ਅਸੀਂ ਉਸ ਦਾ ਰੂਪ ਹਾਂ। ਉਹ ਸਰਗੁਣ ਰੂਪ ਵਿੱਚ ਵੀ ਨਹੀਂ ਮਰਦਾ ਤੇ ਨਿਰਗੁਣ ਰੂਪ ਦੇ ਵਿੱਚ ਵੀ ਉਹ ਨਹੀਂ ਮਰਦਾ ਹੈਗਾ। ਸੋ ਅਬਿਨਾਸ਼ੀ ਪ੍ਰਭ ਆਪੇ ਆਪ। ਪਦਾਰਥ ਰੂਪ ਵਿੱਚ ਉਹ ਅਬਿਨਾਸ਼ੀ ਹੈ ਤੇ ਨਿਯਮਾਂ ਰੂਪ ਵਿੱਚ ਵੀ ਅਬਿਨਾਸ਼ੀ ਹੈ ਕਿ ਉਹਦੇ ਨਿਯਮ ਹਨ ਕਿ H2O ਹਾਈਡਰੋਜਨ ਤੇ ਆਕਸੀਜਨ ਨਾਲ ਹੀ ਪਾਣੀ ਬਣਦਾ ਹੈ। ਇਹ ਨਿਯਮ ਕਦੇ ਨਾਸ਼ ਨਹੀਂ ਹੋਏਗਾ। ਇਹ ਕਦੇ ਨਹੀਂ ਹੋ ਸਕਦਾ ਕਿ ਨਾਈਟ੍ਰੋਜਨ ਦੇ ਨਾਲ ਪਾਣੀ ਬਣ ਜਾਏ। ਜੇ ਅੱਗ ਦਾ ਕੰਮ ਸਾੜਨਾ ਹੈ ਤੇ ਅੱਗ ਨੇ ਸਾੜਨਾ ਹੀ ਹੈ। ਇਹ ਉਹਦਾ ਨਿਯਮ ਹੈ, ਇਹ ਉਹਦਾ ਹੁਕਮ ਹੈ, ਅਕਾਲ ਪੁਰਖ ਦੀ ਆਗਿਆ ਹੈ। ਇਹ ਇਸੇ ਤਰ੍ਹਾਂ ਹੀ ਰਹੇਗਾ। ਅਬਿਨਾਸ਼ੀ
ਪ੍ਰਭ ਆਪੇ ਆਪ ਸਰਗੁਣ ਰੂਪ ਵਿੱਚ ਵੀ ਤੇ ਨਿਰਗੁਣ ਰੂਪ ਵਿੱਚ ਵੀ ਅਕਾਲ ਪੁਰਖ ਆਪ ਹੀ ਆਪ ਹੈ। ਉਹਦਾ ਕਦੀ ਨਾਸ਼ ਨਹੀਂ ਹੁੰਦਾ ਹੈ। ਆਪਨ ਕੀਆ ਕਛੂ ਨਾ ਹੋਏ, ਉਸ ਦੇ ਨਿਯਮਾਂ ਦੇ ਉਲਟ ਅਸੀਂ ਕੁਝ ਨਹੀਂ ਕਰ ਸਕਦੇ। There is nothing that we can create, nothing that we can do against his will, against his hukum, against his niyam, against his laws, against his system, against his ਸਿਧਾਂਤ। ਅਸੀਂ ਕੁਝ ਨਹੀਂ ਕਰ ਸਕਦੇ। ਜੇ ਉਹਨੇ ਪੰਚ ਤਤ ਕਰ ਤੋ ਦਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਨਹੀਂ ਕਰ ਸਕਦੇ ਅਸੀਂ। ਆਪਨ ਕੀਆ ਕਛੂ ਨਾ ਹੋਏ, ਅਸੀਂ ਉਹਨਾਂ ਦੇ ਨਿਯਮਾਂ ਦੇ ਅਗੇਂਸਟ ਜਾ ਹੀ ਨਹੀਂ ਸਕਦੇ। ਜੇ 100 ਮੀਨਸ 100 ਸੈਂਕੜੇ ਵਾਰ ਵੀ ਪ੍ਰਾਣੀ ਕੋਈ ਲੋਚਾ ਕਰੇ, ਵਿਸ਼ ਕਰੇ ਕਿ ਮੈਂ ਆਹ ਕੰਮ ਕਰਨਾ ਇਦਾਂ ਕਰ ਲਵਾਂ, ਨਹੀਂ ਹੋ ਸਕਦਾ। ਉਹਦੇ ਨਿਯਮਾਂ ਦੇ ਅਗੇਂਸਟ ਕੁਝ ਕਰ ਹੀ ਨਹੀਂ ਸਕਦੇ। ਹੁਕਮੇ ਅੰਦਰ ਸਭ ਕੋ, ਸਾਰੇ ਉਹਦੇ ਨਿਯਮ ਦੇ ਵਿੱਚ, ਬਾਹਰ ਹੁਕਮ ਨਾ ਕੋਈ। ਬਸ ਉਹਦੇ ਨਿਯਮਾਂ ਨੂੰ ਅਸੀਂ ਸਮਝ ਸਕਦੇ ਹਾਂ, ਦੈਟਸ, ਪਰ ਉਹਦੇ ਨਿਯਮਾਂ ਦੇ ਅਗੇਂਸਟ ਅਸੀਂ ਕੁਝ ਨਹੀਂ ਕਰ ਸਕਦੇ। ਆਪਨ ਕੀਆ ਕਛੂ ਨਾ ਹੋਏ, ਜੇ 100 ਪ੍ਰਾਣੀ ਲੋਚੇ ਕੋਈ, ਤਿਸ ਬਿਨ, ਉਹਦੇ ਨਿਯਮਾਂ ਤੋਂ ਬਗੈਰ, ਉਹਦੇ ਗੁਣਾਂ ਤੋਂ ਬਗੈਰ, ਨਾ ਹੀ ਤੇਰਾ ਕਿਛ ਕਾਮ, ਉਹਦੇ ਨਿਯਮਾਂ ਤੋਂ ਬਗੈਰ ਤੇਰੇ ਜੀਵਨ ਵਿੱਚ ਹੋਰ ਕੋਈ ਵੀ ਕੰਮ ਦੀ ਚੀਜ਼ ਨਹੀਂ ਹੈ। ਤੇ ਉਸ ਦੇ ਗੁਣਾਂ ਨੂੰ ਹੀ ਤੂੰ ਧਾਰਨ ਕਰਨਾ ਹੈ। ਉਹਦੇ ਗੁਣਾਂ ਤੋਂ ਬਗੈਰ ਸਾਡੇ ਜੀਵਨ 'ਚ ਕੁਝ ਚੀਜ਼ ਸਾਡੇ ਵਾਸਤੇ ਫਾਇਦੇਮੰਦ ਨਹੀਂ ਹੈ। ਅਸੀਂ ਕਦੀ ਹੈਪੀ ਨਹੀਂ ਆ ਸਕਦੇ, ਕਦੀ ਅਸੀਂ ਸਟੇਟ ਆਫ ਬਲਿਸ ਨਹੀਂ ਜਾ ਸਕਦੇ ਜਦ ਤੱਕ ਅਸੀਂ ਉਹਦੇ ਗੁਣਾਂ ਨੂੰ ਅਡਾਪਟ ਨਹੀਂ ਕਰਦੇ। ਤਿਸ ਬਿਨ, ਉਹਦੇ ਗੁਣਾਂ ਤੋਂ ਬਗੈਰ, ਨਾ ਹੀ, ਨਥਿੰਗ, ਤੇਰੇ ਨਹੀਂ ਪੜਨਾ, ਤੇਰਾ ਕਿਛ ਕਾਮ, ਕੋਈ ਚੀਜ਼ ਕੰਮ ਆਉਣ ਵਾਲੀ ਨਹੀਂ ਹੈ। ਗਤ, ਇੱਥੇ ਪੌਜ਼ ਕਰਨਾ ਹੈ। ਗਤ ਮੀਨਸ ਅਵਸਥਾ, ਉਹ ਅਵਸਥਾ ਜਿੱਥੇ ਰੱਬ ਹੋ ਜਾਈਦਾ ਹੈ। ਨਾਨਕ, ਇਹ ਨਾਨਕ, ਗਤ ਨਾਨਕ, ਉਹ ਕਿਸ ਤਰ੍ਹਾਂ ਅਵਸਥਾ ਬਣਦੀ ਹੈ? ਜਪ ਏਕ ਹਰ ਨਾਮ, ਇੱਕ ਅਕਾਲ ਪੁਰਖ ਦੇ ਗੁਣਾਂ ਨੂੰ ਅਡਾਪਟ ਕਰਨ ਦੇ ਨਾਲ ਉਹ ਅਵਸਥਾ ਬਣ ਜਾਂਦੀ ਹੈ। ਜੇ ਅਸੀਂ ਉਹਨਾਂ ਦੇ ਗੁਣਾਂ ਨੂੰ ਧਾਰਨ ਕਰਦੇ ਹਾਂ, ਜਪ ਏਕ ਹਰ ਨਾਮ, ਅਸੀਂ ਉਹਦੇ ਵਰਗੇ ਜੋ ਹੈ ਜਾਪਣ ਲੱਗ ਜਾਂਦੇ ਹਾਂ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਅਸੀਂ ਨਿਰਭਉ ਜਪਾਂਗੇ ਤੇ ਨਿਰਭਉ ਬਣ ਜਾਵਾਂਗੇ। ਅਸੀਂ ਨਿਰਵੈਰ ਜਪਾਂਗੇ ਤੇ ਨਿਰਵੈਰ ਸਾਡੇ ਗੁਣ ਅੰਦਰ ਆ ਜਾਣਗੇ। ਰੱਬੀ ਗੁਣਾਂ ਤੋਂ ਬਗੈਰ ਕੋਈ ਵੀ ਚੀਜ਼ ਕੰਮ ਆਉਣ ਵਾਲੀ ਨਹੀਂ। ਨਾ ਨਿੰਦਿਆ, ਨਾ ਚੁਗਲੀ, ਨਾ ਈਰਖਾ, ਕੋਈ ਵੀ ਕੰਮ ਵਾਲੇ ਨਹੀਂ ਕਰਨ ਵਾਲੇ, ਕਿਉਂਕਿ ਇਹ ਰੱਬ ਦੇ ਗੁਣ ਹੀ ਨਹੀਂ। ਨਿੰਦਿਆ, ਚੁਗਲੀ, ਈਰਖਾ, ਦਵੈਸ਼ਤਾ, ਚੀਟਿੰਗ, ਡਿਸੀਵਿੰਗ। ਪਰ ਕੰਮ ਆਉਣ ਵਾਲੇ ਕਿਹੜੇ ਗੁਣ ਹਨ? ਸਤ, ਸੰਤੋਖ, ਦਇਆ, ਧਰਮ, ਧੀਰਜ ਇਤਿਆਦਿਕ। ਇਹ ਗੁਣ ਸਾਡੇ ਕੰਮ ਆਉਣ ਵਾਲੇ ਨੇ। ਜਦੋਂ ਇਹ ਸਾਰੇ ਰੱਬੀ ਨਿਯਮ, ਰੱਬੀ ਗੁਣ ਕਿਸੇ ਦੇ ਅੰਦਰ ਆ ਜਾਂਦੇ ਹਨ, ਸਾਡੇ ਤੁਹਾਡੇ ਅੰਦਰ ਆ ਜਾਂਦੇ ਹਨ, ਤੇ ਉਹ ਫਿਰ ਗਤ ਜਿਹੜੀ ਹੈਗੀ ਹੈ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਿਲਾਲੀ। ਉਹ ਗਤ ਜਿਹੜੀ, ਉਹ ਅਵਸਥਾ ਹੈ, ਰੱਬ ਦੀ ਅਵਸਥਾ, ਰੱਬ ਹੋਣ ਦੀ ਜਿਹੜੀ ਅਵਸਥਾ ਹੈ। ਅਬ ਤੋਂ ਜਾਏ ਚੜੇ ਸਿੰਘਾਨ ਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਕੋ ਨਾ ਸਕੇ ਪਹਿਚਾਨੀ। ਦੇयर इज नो डिफरेंस ਨਾਓ। ਤੇ ਪਰ ਗਤੀ ਤਾਂ ਹੀ ਹੁੰਦੀ ਹੈ ਜਦੋਂ ਇੱਕ ਅਕਾਲ ਪੁਰਖ ਦੇ ਗੁਣ ਅਸੀਂ ਆਪਣੇ ਅੰਦਰ ਧਾਰਨ ਕਰ ਲੈਂਦੇ ਹਾਂ। ਸੋ ਇਹ ਪਹਿਲਾ ਪਦਾ ਸੀਗਾ। ਲੈਟਸ ਗੋ ਟੂ ਦਾ ਦੂਸਰਾ ਪਦਾ। ਹੁਣ ਦੂਸਰਾ ਪਦਾ ਹੈ ਕਿ ਸਾਡੇ ਕੋਲ ਹਉਮੈ ਹੈ। ਹਉਮੈ ਦਾ ਰੋਗ ਹੈ। ਇਸ ਹਉਮੈ ਦੇ ਰੋਗ ਵਿੱਚ ਅਹੰਕਾਰ ਕਰਕੇ ਸਾਨੂੰ, ਬੰਦੇ ਨੂੰ ਰੂਪ ਦਾ ਅਹੰਕਾਰ ਹੋ ਜਾਂਦਾ, ਮੈਂ ਸੋਹਣਾ ਬਹੁਤ ਹਾਂ। ਦੂਸਰਾ ਹੰਕਾਰ ਹੋ ਜਾਂਦਾ ਕਿ ਮੇਰੇ ਕੋਲ ਦੌਲਤ ਹੈ, ਮੇਰੇ ਕੋਲ ਪੈਸਾ ਹੈ, ਮੈਂ ਦੂਜਿਆਂ ਦੇ ਨਾਲੋਂ ਬੈਟਰ ਹਾਂ, ਮੇਰੇ ਕੋਲ, ਮੈਂ ਪੈਸਾ ਕਮਾਇਆ, ਮੇਰੇ ਕੋਲ ਧਨ ਹੈ। ਤੀਸਰਾ ਉਹਨੂੰ ਹੰਕਾਰ ਆ ਜਾਂਦਾ ਹੈ, ਹਉ ਆ ਜਾਂਦੀ ਹੈ ਕਿ ਮੈਂ ਤਾਕਤ ਵਾਲਾ ਹਾਂ, ਸੂਰਮਾ ਹਾਂ।
ਤੇ ਕਿਸੇ ਨੂੰ ਹੰਕਾਰ ਆ ਜਾਂਦਾ, ਹਉਮੈ ਆ ਜਾਂਦੀ ਹੈ, ਦਾਤਾਰ ਹਾਂ ਮੈਂ ਤੇ ਬੜਾ ਡੋਨੇਸ਼ਨ ਕਰਦਾ, ਮੈਂ ਤੇ ਜੇ ਮੈਂ ਨਾ ਹੋਵਾਂ ਤੇ ਉਹਨਾਂ ਦੀ ਰੋਜ਼ੀ ਰੋਟੀ ਨਾ ਚੱਲੇ, ਮੈਂ ਇਹ ਡੋਨੇਸ਼ਨ ਨਾ ਕਰਾਂ ਤੇ ਇਹ ਕੰਮ ਨਾ ਚੱਲੇ। ਸੋ ਕਿਸੇ ਨੂੰ ਕੋਈ ਹਉਮੈ ਕਰਕੇ ਰੋਗ ਹੈ, ਕਿਸੇ ਨੂੰ ਕੋਈ ਹੈ, ਕਿਸੇ ਨੂੰ ਇੱਕ ਹੈ, ਕਿਸੇ ਨੂੰ ਦੋ ਹੈ, ਕਿਸੇ ਨੂੰ ਤਿੰਨ ਹੈ, ਕਿਸੇ ਨੂੰ ਚਾਰ ਹੈ, ਕਿਸੇ ਨੂੰ ਬਹੁਤ ਨੇ। ਇੱਥੇ 4 ਹਉਮੈ ਦੇ ਰੋਗਾਂ ਦਾ, ਅਹੰਕਾਰ ਦਾ ਜ਼ਿਕਰ ਪੰਚਮ ਪਾਤਸ਼ਾਹ ਕਰ ਰਹੇ ਹਨ। ਇੱਕ ਤਾਂ ਪਹਿਲਾ ਜਿਹੜਾ ਹੈਗਾ ਉਹ ਹੈਗਾ ਰੂਪਵੰਤ, ਕਿ ਮੈਂ ਸੋਹਣਾ ਬਹੁਤ ਹਾਂ। ਇਹ ਰੱਬ ਨੇ ਬਹੁਤ ਅੱਛੀ ਚੀਜ਼ ਹੈ ਕਿ ਸਾਨੂੰ ਸੈਲਫ ਪ੍ਰਾਈਡ ਦਿੱਤੀ ਹੈ, ਨਹੀਂ ਤੇ ਅਸੀਂ ਆਪਣੇ ਆਪ ਨੂੰ ਘਿਰਣਾ ਹੀ ਕਰਨ ਜਾਈਏ, ਅਸੀਂ ਡਿਪਰੈਸ਼ਨ 'ਚ ਚਲੇ ਜਾਈਏ, ਕਈ ਚਲੇ ਵੀ ਜਾਂਦੇ ਹਨ। ਜੇ 20 ਬੰਦੇ ਇੱਕ ਕਮਰੇ ਵਿੱਚ ਬੈਠੇ ਹਨ, ਕੋਈ ਉਹਨਾਂ ਦੀ ਫੋਟੋ ਖਿੱਚਦਾ ਹੈ, ਸਾਰੇ 20 ਬੰਦਿਆਂ ਨੂੰ ਭੇਜ ਦਿੰਦਾ ਹੈ, ਉਹ 20 ਬੰਦੇ ਨੇ ਆਪਣੇ ਫੋਨ ਤੇ ਕੱਢ ਕੇ ਪਹਿਲਾਂ ਆਪਣੀ ਫੋਟੋ ਦੇ ਉੱਤੇ ਉਹਨੇ ਅਨਲਾਰਜ ਕਰਨਾ ਕਿ ਮੇਰੀ ਫੋਟੋ ਕਿਸ ਤਰ੍ਹਾਂ ਆਈ ਹੈ। ਤੇ ਜੇ ਉਹਨੂੰ ਆਪਣੀ ਫੋਟੋ ਅੱਛੀ ਲੱਗ ਗਈ, ਉਹ ਬਾਰ-ਬਾਰ ਫਿਰ ਆਪਣੀ ਹੀ ਫੋਟੋ ਦੇਖੇਗਾ, ਦੂਜਿਆਂ ਵੀ ਦੇਖੇਗਾ, ਪਰ ਆਪਣੇ ਨਾਲ ਅਟੈਚਮੈਂਟ ਹੋ ਜਾਂਦੀ ਹੈ। ਸੋ ਰੂਪਵੰਤ ਹੋਏ, ਤੂੰ ਸੋਹਣਾ ਹੈ, ਰੂਪਵੰਤ ਹੈ, ਪੁੱਤਰੀ ਤੇਰੀ ਬਿਦ ਕਰ ਫਾਟੀ, ਪਰ ਜਾਨ ਸਤ ਕਰ ਹੋਏ ਗੋ ਮਾਟੀ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਰੂਪਵੰਤ ਹੋਏ, ਤੈਨੂੰ ਰੂਪਵੰਤ ਦਿੱਤਾ ਹੈ, ਸੋਹਣਾ ਬਣਾਇਆ ਹੈ, ਪਰ ਨਾ ਹੀ ਮੋਹੇ, ਉਹਦਾ ਹੰਕਾਰ ਨਾ ਕਰ, ਉਹਦਾ ਹੰਕਾਰ ਨਾ ਕਰੀਏ। ਜੋ ਜਾਣੇ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਰੂਪਵੰਤ ਹੋਏ ਨਾ ਹੀ ਮੋਹੇ, ਹੰਕਾਰ ਨਾ ਕਰੀਏ ਇਸ ਰੂਪ ਦਾ। ਧਨ ਜੋਬਨ ਅਰ ਫੁੱਲੜਾ, ਨਾਠੀੜੇ ਦਿਨ ਚਾਰ। ਇਹ ਇਵੈਂਚੁਅਲੀ ਰੂਪ ਨੇ ਉਮਰ ਦੇ ਹਿਸਾਬ ਨਾਲ, ਉਹਦੇ ਨਿਯਮਾਂ ਦੇ ਵਿੱਚ, ਉਹਦੇ ਸਿਸਟਮ ਦੇ ਵਿੱਚ ਕਰੂਪਤਾ ਵੱਲ ਚਲੇ ਜਾਣਾ ਹੈ, ਉਹ ਬਿਊਟੀ ਨਹੀਂ ਰਹਿ ਜਾਏਗੀ ਉਹਦੇ ਵਿੱਚ। ਸੋ ਇਸ ਕਰਕੇ ਰੱਬ ਨੇ ਤੈਨੂੰ ਰੂਪਵੰਤ ਬਣਾਇਆ ਹੈ, ਪਰ ਇਹਦਾ ਮੋਹ ਨਾ ਕਰ, ਇਹਦੇ ਨਾਲ ਅਟੈਚ ਨਾ ਹੋ, ਦੇ ਅਭਿਆਸ ਨਾ ਕਰ, ਕਿਉਂਕਿ ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਤੂੰ ਸੋਹਣਾ ਲੱਗ ਰਿਹਾ ਹੈ ਇਸ ਕਰਕੇ ਕਿਉਂਕਿ ਤੇਰੇ ਅੰਦਰ ਰੱਬ ਦੀ ਜੋਤ ਪਈ ਹੋਈ ਹੈ, ਤੇ ਜਦੋਂ ਉਹਦੀ ਜੋਤ ਨਿਕਲ ਗਈ ਤੇ ਜਿਹਨੂੰ ਬਹੁਤ ਲੋਕੀ ਸੋਹਣੇ ਤੋਂ ਸੋਹਣਾ ਕਹਿੰਦੇ ਹੋਣਗੇ, ਉਹ ਵੀ ਬੰਦਾ ਡਰਾਵਣਾ ਲੱਗਣ ਲੱਗ ਪੈਂਦਾ ਹੈ, ਕਿਉਂਕਿ ਉਹਦੀ ਜੋਤ ਹੀ ਨਹੀਂ ਵਿੱਚ ਰਹੀ। ਉਹਦੀ ਜੋਤ ਕਰਕੇ ਹੀ ਤੇ ਚੀਜ਼ ਸੋਹਣੀ ਲੱਗ ਰਹੀ ਹੈ, ਤੇਰਾ ਰੂਪ ਸੋਹਣਾ ਲੱਗ ਰਿਹਾ ਹੈ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀ। ਜਦ ਉਹਦੀ ਜੋਤ ਹੀ ਨਹੀਂ ਹੈ ਤੇ ਸਭ ਕੁਝ ਖਤਮ ਹੋ ਜਾਂਦਾ ਹੈ। ਉਹੀ ਬੰਦਾ ਘੱਟ ਰੇ ਬੌਰੇ ਤੋਂ ਇਹ ਘੜੀ ਨਾ ਰੱਖੇ, ਕੋਈ ਨਹੀਂ ਰੱਖੇਗਾ। ਸੋ ਰੂਪਵੰਤ ਦਿੱਤਾ ਹੈ, ਰੱਬ ਦਾ ਸ਼ੁਕਰ ਕਰ। ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਸੋ ਪ੍ਰਭ ਕੀ ਜੋਤ ਸਗਲ ਘਟ ਸੋਹੇ, ਉਹਦੀ ਹੀ ਜੋਤ ਕਰਕੇ ਹਰ ਚੀਜ਼ ਸੁੰਦਰ ਲੱਗ ਰਹੀ ਹੈ। ਸੈਕੰਡ ਹਉਮੈ ਦਾ ਰੋਗ ਦੱਸਿਆ ਧਨਵੰਤਾ, ਪੈਸੇ ਦਾ ਹੰਕਾਰ। ਪੈਸਾ ਦਿੱਤਾ ਹੈ, ਰੱਬ ਨੇ ਦਿੱਤਾ ਹੈ। ਧਨ ਜੋਬਨ ਅਰ ਫੁੱਲੜਾ, ਨਾਠੀ ਵਾਲੇ ਦਿਨ ਚਾਰ। ਤੇ ਗਰਵ ਕਰਨ ਲੱਗ ਪਏ ਕਿ ਮੇਰੇ ਕੋਲ ਪੈਸਾ ਬੜਾ ਆ ਗਿਆ ਹੈ। ਉਹ ਭਾਈ ਨਾਂਗੇ ਆਵਣ ਨਾਂਗੇ ਜਾਣਾ, ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ, ਨੰਗੇ ਚਲੇ ਜਾਣਾ ਹੈ। ਮੁਗਧ ਕਹੇ ਧਨ ਮੇਰਾ। ਇਹ ਤੇ ਬਾਕੀ ਜੋ ਕੁਝ ਵੀ ਸਾਡੇ ਕੋਲ ਹੈ, ਧਨੰਤਾ ਹੋਏ ਕਰ ਗਰਬਾਵੇ, ਗਰਬ ਕਰਦਾ ਹੈ। ਤ੍ਰਿਣ ਸਮਾਨ ਕਛ ਸੰਗ ਨ ਜਾਵੇ, ਧਨਵੰਤਾ ਹੋਏ ਕਿਆ ਕੋ ਗਰਬੇ, ਜਾਂ ਸਭ ਕਿਛ ਤਿਸਕਾ ਦੀਆ ਦਰਬੇ। ਜੋ ਕੁਝ ਵੀ ਸਾਡੇ ਕੋਲ ਹੈ ਅਕਾਲ ਪੁਰਖ ਦਾ ਹੀ ਤੇ ਦਿੱਤਾ ਹੈ। ਉਹਨੇ ਤੇਰਾ ਕੀਆ ਦੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਬਰ ਡੁਲਾਰੇ। ਸਾਰਾ ਸਿਸਟਮ, ਸਾਰੇ ਗੁਣ ਤੇਰੇ ਹੀ ਤੇ ਹਨ। ਇਹ ਤੇ तीन शेर का दिहाड़ी मेहमान, अवर वस्त तुझ पे अमान। तो 3 शेर दिहाड़ी विच खा लेंदा है, बाकी सारिया चीज़ां दे 3 शेर खा के मर गया, बाकी ते अमानत है, लोगों ने चीज़ां लै जानियां हन दूजियां तेरे कोल। इस करके भाई धन भूम का जो करे हंकार, सो मूर्ख अंधा अज्ञान। ਜਾਂ ਸਭ ਕਿਛ ਤਿਸਕਾ ਦੀਆ ਦਰਬੇ, ਜਾਂ ਸਭ ਕਿਛ ਤਿਸਕਾ ਦੀਆ ਦਰਬੇ, ਸਾਰਾ ਕੁਛ ਉਸੇ ਦਾ ਹੀ ਦਿੱਤਾ ਹੋਇਆ ਹੈ। ਸੋ ਪਹਿਲਾ ਰੂਪਵੰਤ, ਰੂਪ ਦਾ ਮੋਹ ਨਹੀਂ ਕਰਨਾ, ਧਨ ਦਾ ਲੋਭ ਨਹੀਂ ਕਰਨਾ। ਤੀਸਰਾ ਅਤ ਸੂਰਾ ਜੇ ਕੋ ਕਹਾਵੇ, ਜੇ ਕੋਈ ਕਹੇ ਕਿ ਮੇਰੇ ਕੋਲ ਤਾਕਤ ਬੜੀ ਹੈ, ਬਹੁ ਲਸ਼ਕਰ ਮਾਨਕ ਉੱਪਰ ਕਰੇ ਵਿਨਾਸ਼,
ਪਲ ਭੀਤਰ ਤਾਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਮੈਂ ਬੜਾ ਬਲਵਾਨ ਹਾਂ। ਮੇਰੇ ਕੋਲ ਪੈਸੇ ਦੀ ਤਾਕਤ ਨਹੀਂ, ਮੇਰੇ ਕੋਲ ਜਵਾਨੀ ਦੀ ਤਾਕਤ ਹੈ, ਮੇਰੇ ਕੋਲ ਪੈਸੇ ਦੀ ਤਾਕਤ ਹੈ, ਮੇਰੇ ਕੋਲ ਪੋਲੀਟੀਕਲ ਪਾਵਰ ਹੈ, ਮੇਰੇ ਕੋਲ ਸੋਸ਼ਲ ਪਾਵਰ ਹੈ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ, ਆਪ ਸਾਰੇ ਪੜ੍ਹਦੇ ਹੋ। ਪਰ ਜੇ ਤਿਸ ਨਦਰ ਨਾ ਆਵੀ, ਜੇ ਉਹਦੇ ਗੁਣ ਨਹੀਂ ਅਡਾਪਟ ਕੀਤੇ ਤਾਂ ਬਾਤ ਨਾ ਪੁੱਛੇਗੇ। ਸੋ ਵਟ, ਕੋਈ ਬਾਤ ਨਹੀਂ ਪੁੱਛਦਾ। ਉੱਤੇ ਕੀਟਾਂ ਅੰਦਰ ਕੀਟ ਕਰ ਦੋਸ਼ੀ, ਦੋਸ਼ ਤਰੇ ਕੀਤਾ ਜਾਏਗਾ। ਸੋ ਜੋ ਕੁਝ ਸਾਡੇ ਕੋਲ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬੇ। ਸੋ ਚੌਥਾ ਜਿਹੜਾ ਹੈ ਉਹ ਜੇ ਕੋ ਹੋਏ ਬਹੇ ਦਾਤਾਰ, ਵੀ ਮੈਂ ਡੋਨੇਸ਼ਨਸ ਦੇ ਰਿਹਾ। ਜੇ ਮੈਂ ਡੋਨੇਸ਼ਨ ਨਾ ਦਿੰਦਾ ਤੇ ਇਹ ਕੰਮ ਨਹੀਂ ਸੀ ਚੱਲਣੇ, ਇਹ ਹੋਣਾ ਨਹੀਂ ਸੀਗਾ। ਪਰ ਇਹ ਹੈ ਕਿ ਕੋਈ ਆਪਣੇ ਆਪ ਨੂੰ ਦਾਤਾ ਕਿਵੇਂ ਕਹਿ ਸਕਦਾ ਹੈ? ਜੇ ਕੋਈ ਧਰਤੀ ਤੇ ਪਦਾਰਥ ਹੀ ਨਹੀਂ ਹੋਵੇਗਾ ਤੇ ਮੈਂ ਕਿਸ ਤਰ੍ਹਾਂ ਕਿਸੇ ਨੂੰ ਦੇਵਾਂਗਾ? ਜੇ ਦਾਤੇ ਨੇ ਮੈਨੂੰ ਦਿੱਤਾ ਹੈ ਤੇ ਦਾਤਾ ਤੇ ਉਹ ਹੈ, ਮੰਗਤਾ ਦਾਤਾ ਕਿਸ ਤਰ੍ਹਾਂ ਬਣ ਗਿਆ? ਸਤਿਗੁਰੂ ਕਹਿੰਦੇ ਕਿ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋੜ ਨਾ ਆਵੀ ਅਗਨਤ ਭਰੇ ਭੰਡਾਰ। ਸੋ ਜੇ ਕੋ ਹੋਏ ਬਹੇ ਦਾਤਾਰ, ਜੇ ਕੋ ਕਹੇ ਕਿ ਮੈਂ ਦਾਤਾ ਹਾਂ ਤੇ ਉਹ ਗਵਾਰ ਹੈ। ਉਹ ਗਵਾਰ ਤਿਸ ਦੇਨਹਾਰ ਜਾਣੇ, ਉਸ ਦੇਨਹਾਰ ਨੂੰ ਜਾਣ। ਤੂੰ ਗਵਾਰ ਹੈ। ਗਵਾਰ ਲਫ਼ਜ਼ ਗੁਰਬਾਣੀ ਵਿੱਚ 2 ਵਾਰੀ ਆਇਆ ਹੈ। ਇੱਕ ਤੇ ਜਿਹੜਾ ਆਪਣੇ ਆਪ ਨੂੰ ਦਾਤਾਰ ਕਹਿੰਦਾ ਹੈ, ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨਹਾਰ ਜਾਣੇ ਗਵਾਰ, ਜਾਂ ਦੂਸਰਾ ਗਵਾਰ ਲਫ਼ਜ਼ ਆਇਆ ਜਿਹੜਾ ਕਿ ਮੂੰਹ ਪੱਟ ਬੜਾ, ਬੋਲੜਾ ਬੇਲੋੜਾ ਬੜਾ ਹੈ, ਬੜਾ ਬੋਲਾ ਹੈ, ਕਹਿੰਦਾ ਕਿ ਮੈਂ ਰੱਬ ਬਾਰੇ ਸਭ ਕੁਝ ਜਾਣਦਾ ਹਾਂ। ਉਹਨੂੰ ਵੀ ਸਤਿਗੁਰੂ ਨੇ ਗਵਾਰ ਕਿਹਾ ਹੈ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਏ ਸਿਰ ਗਵਾਰਾਂ ਗਵਾਰ। ਸੋ ਇੱਥੇ ਗਵਾਰ ਆਇਆ ਹੈ, ਤਿਸ ਦੇਨਹਾਰ ਜਾਣੇ, ਉਹ ਗਵਾਰ ਉਸ ਦੇਨਹਾਰ ਨੂੰ ਜਾਣ, ਜਿਸ ਗੁਰ ਪ੍ਰਸਾਦ ਟੂਟੇ ਹੋਂ ਰੋਗ। ਆ ਜਿਹੜੇ ਹਉਮੈ ਦੇ ਰੋਗ ਨੇ ਨਾ, ਜਿਸ ਤਰ੍ਹਾਂ ਗੁਰੂ ਦੀ ਕਿਰਪਾ ਸਦਕਾ ਟੁੱਟਦੇ ਨੇ ਤੇਰੇ। ਗੁਰੂ ਦੀ ਕਿਰਪਾ ਆਏਗੀ ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ, ਗੁਰੂ ਬਾਣੀ ਪੜ੍ਹਦੇ ਹਾਂ, ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇੰਪਲੀਮੈਂਟ ਕਰਦੇ ਹਾਂ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਅਸੀਂ ਅਕਾਲ ਪੁਰਖ, ਸਾਡੀ ਟੁੱਟਿਆਂ ਦੀ ਗੰਢ ਪੈ ਜਾਂਦੀ ਹੈ। ਸੋ ਗੁਰ ਪ੍ਰਸਾਦ ਟੂਟੇ ਹੋਂ ਰੋਗ, ਨਾਨਕ ਸੋ ਜਨ, ਉਹ ਹਿਊਮਨ, ਉਹ ਜਨ ਸਦਾ ਅਰੋਗ, ਵਿਕਾਰਾਂ ਤੋਂ ਹਮੇਸ਼ਾ ਅਰੋਗ ਰਹਿੰਦਾ ਹੈ। ਹਉਮੈ ਦੇ ਰੋਗ ਦੇ ਵਿੱਚੋਂ, ਵਿਕਾਰਾਂ ਦੇ ਰੂਪ ਵਿੱਚੋਂ। ਅਗਲਾ ਪਦਾ, ਤੀਸਰਾ ਪਦਾ, ਸਤਿਗੁਰੂ ਨੇ ਐਗਜ਼ਾਮਪਲ ਦਿੱਤੀ ਹੈ ਕਿ ਜਿਸ ਤਰ੍ਹਾਂ ਕੋਈ ਮਕਾਨ ਦੀ ਛੱਤ ਪਾਣੀ ਹੋਵੇ, ਮਕਾਨ ਬਣਾਉਣਾ ਹੋਵੇ, ਉਹਦੇ ਵਾਸਤੇ ਪਿੱਲਰ ਹੋਣੇ ਚਾਹੀਦੇ। ਪਿੱਲਰ ਤੋਂ ਬਗੈਰ ਮਕਾਨ ਨਹੀਂ ਖੜਾ ਹੋ ਸਕਦਾ। ਪੱਥਰ ਜਿਹੜਾ ਹੈਗਾ ਉਹ ਪਾਣੀ ਵਿੱਚ ਡੁੱਬ ਹੀ ਜਾਂਦਾ ਹੈ, ਉਹਨੂੰ ਪਾਰ ਲੰਘਾਉਣ ਵਾਸਤੇ ਕੋਈ ਕਿਸ਼ਤੀ ਚਾਹੀਦੀ ਹੀ ਹੈ। ਹਨੇਰੇ ਦੇ ਵਿੱਚ, ਅੰਧਕਾਰ ਦੇ ਵਿੱਚ ਕੁਝ ਨਹੀਂ ਸੁੱਝਦਾ ਆ, ਉਹਦੇ ਵਿੱਚ ਕੁਝ ਦੇਖਣ ਵਾਸਤੇ ਦੀਪਕ ਦੀ ਰੋਸ਼ਨੀ ਕਰਨੀ ਹੀ ਪੈਂਦੀ ਹੈ। ਜੰਗਲ ਦੇ ਵਿੱਚ ਕੋਈ ਭੁੱਲਿਆ ਹੋਇਆ ਬੰਦਾ ਜਾ ਰਿਹਾ ਹੈ, ਜੰਗਲ ਦੇ ਵਿੱਚ ਉਹਨੂੰ ਕੋਈ ਨਾ ਕੋਈ ਗਾਈਡ ਆ ਕੇ ਕੱਢ ਕੇ ਲੈ ਕੇ ਜਾਵੇ, ਹਾਂ ਭਾਈ ਇਸ ਪਾਸੇ ਜਾਣਾ, ਤੂੰ ਭੁੱਲ ਗਿਆ, ਭਟਕ ਗਿਆ ਤੂੰ ਜੰਗਲ ਦੇ ਵਿੱਚ। ਇਹ ਐਗਜ਼ਾਮਪਲ ਸਤਿਗੁਰੂ ਨੇ ਦਿੱਤੀਆਂ ਹਨ ਕਿ ਜੋ ਮੰਦਰ ਕੋ ਥੰਮ ਹੈ ਥੰਮਨ, ਜਿਸ ਤਰ੍ਹਾਂ ਕਿ ਬਿਲਡਿੰਗ ਨੂੰ, ਘਰ ਨੂੰ ਥੰਮ ਪਿੱਲਰ ਚਾਹੀਦੇ ਹਨ, ਤਿਉਂ ਉਸੇ ਤਰ੍ਹਾਂ ਹੀ ਗੁਰ ਕਾ ਸ਼ਬਦ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ ਮਨੈ ਅਸਥੰਮਨ। ਉੱਥੇ ਲਫ਼ਜ਼ ਥੰਮਨ ਆਇਆ, ਉਹਦਾ ਵੀ ਮਤਲਬ ਆਸਰਾ ਹੈ, ਅਸਥੰਮਨ ਦਾ ਮਤਲਬ ਵੀ ਆਸਰਾ ਹੈ। ਦੋਨੋਂ ਲਫ਼ਜ਼ ਸੇਮ ਮੀਨਿੰਗ, ਪਰ ਉਹ ਐੜੇ ਨਾਲ ਆਇਆ। ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਸਨੇਹ, ਅਸਨੇਹ, ਸੇਮ ਥਿੰਗ। ਸਥਿਰ, ਅਸਥਿਰ, ਇਸ਼ਨਾਨ, ਇਸ਼ਨਾਨ। ਸੋ ਸੇਮ ਮਤਲਬ ਹੈ। ਕਈ ਜਗ੍ਹਾ ਪੰਜਾਬੀ ਦੇ ਵਿੱਚ ਆ ਕੇ ਐੜਾ ਜਾਂ ਈੜੀ ਉਹਦੇ ਅੱਗੇ ਲੱਗ ਜਾਂਦੇ ਹਨ। ਸੋ ਉੱਥੇ ਥੰਮਣ ਤੇ ਅਸਥੰਮਣ ਸੇਮ ਥਿੰਗ ਹੈ। ਤੇ ਗੁਰ ਕਾ ਸ਼ਬਦ, ਤੇ ਗੁਰੂ ਦਾ ਸ਼ਬਦ ਮਨ ਨੂੰ ਆਸਰਾ ਦੇਣ ਵਾਲਾ ਹੈ। ਜੋ ਪਾਖਾਨ, ਪੱਥਰ ਨਾਵ ਚੜ੍ਹ ਤਰੈ, ਕਿਸ਼ਤੀ 'ਚ ਪੈ ਕੇ ਚਲਾ ਜਾਂਦਾ ਹੈ, ਇਸੇ ਤਰ੍ਹਾਂ ਭਾਈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਜਿਹੜੇ ਅਸੀਂ ਪੱਥਰ ਦਿਲ, ਪਾਪਾਂ ਦੇ ਵਿਕਾਰਾਂ ਦੇ ਪੱਥਰ ਅਸੀਂ ਆਪਣੇ ਉੱਤੇ ਲੱਦੇ ਹੋਏ ਹਨ, ਨਹੀਂ ਅਸੀਂ ਭਵਸਾਗਰ ਤੋਂ ਇਹ ਭਵਜਲ ਜਗਤ ਸੰਸਾਰ ਤਾਂ ਨਹੀਂ ਲੰਘ ਪਾ ਰਹੇ, ਪਰ ਪ੍ਰਾਣੀ ਗੁਰ ਚਰਨ ਲਗਤ, ਗੁਰੂ ਦੇ ਚਰਨ ਹਨ, ਗੁਰੂ ਕਾ ਸ਼ਬਦ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ।
ਅਸੀਂ ਗੁਰੂ ਦੇ ਚਰਨ ਰਾਹੀਂ, ਗੁਰੂ ਦੇ ਗਿਆਨ ਰਾਹੀਂ ਪੱਥਰ ਦਿਲ ਇਨਸਾਨ ਵੀ ਤਰ ਜਾਂਦੇ ਹਨ। ਪ੍ਰਾਣੀ ਗੁਰ ਚਰਨ ਲਗਤ ਨਿਸਤਰ ਹੈ। ਜਿਉਂ ਅੰਧਕਾਰ ਦੀਪਕ ਪ੍ਰਗਾਸ, ਜਿਸ ਤਰ੍ਹਾਂ ਹਨੇਰੇ ਦੇ ਵਿੱਚ ਰੋਸ਼ਨੀ ਕਰ ਦਿੱਤੀ ਜਾਏ ਤੇ ਹਰ ਚੀਜ਼ ਨਜ਼ਰ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਗੁਰ ਦਰਸ਼ਨ ਦੇਖ, ਗੁਰੂ ਦਾ ਦਰਸ਼ਨ ਦੇਖ ਕੇ ਮਨ ਹੋਏ ਪ੍ਰਗਾਸ। ਇਸੇ ਹੀ ਤਰ੍ਹਾਂ ਹੀ ਗੁਰੂ ਦਾ ਦਰਸ਼ਨ ਕੀ ਹੈ? ਗੁਰੂ ਦੀ ਬਾਣੀ ਦੀ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਗੁਰੂ ਦਾ ਦਰਸ਼ਨ ਹੈ। ਤੇ ਗੁਰੂ ਦੇ ਦਰਸ਼ਨ ਅਸੀਂ ਗੁਰਦੁਆਰੇ ਜਾਂਦੇ ਹਾਂ, ਗੁਰੂ ਸਾਹਿਬ ਨੂੰ ਦੇਖਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਦਰਸ਼ਨ ਤੇ ਕਰ ਰਿਹਾ ਹੈ। ਜੇਤਾ ਜਗਤ ਸੰਸਾਰ ਪਰ ਡਿੱਠੇ, ਕੇਵਲ ਵਿਜ਼ੂਅਲਾਈਜ਼ ਕਰਨ ਨਾਲ ਨਹੀਂ, ਮੁਕਤ ਨਾ ਹੋਵੇ, ਲਿਬਰੇਟ ਨਹੀਂ ਹੋਵਾਂਗੇ ਅਸੀਂ, ਜਿਚਰ ਸ਼ਬਦ ਨਾ ਕਰੇ ਵਿਚਾਰ। ਸੋ ਗੁਰਦਰਸ਼ਨ ਦੇਖ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ, ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਮਨ ਵਿੱਚ ਧਾਰਨ ਕਰਕੇ ਹੋਏ ਵਿਗਾਸ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਹੈ ਦੁੱਖ ਪਾਪ ਕਾ ਨਾਸ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ, ਅੰਦਰ ਵਿਗਾਸ ਆ ਜਾਂਦਾ ਹੈ। ਮਨ ਹੋਏ ਵਿਗਾਸ, ਫॉर एवर ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ, ਉਹ ਅਬਨਾਸ਼ੀ ਸੁਖ ਪ੍ਰਾਪਤ ਹੋ ਜਾਂਦਾ ਹੈ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੇ, ਜਿਸ ਤਰ੍ਹਾਂ ਜੰਗਲ ਦੇ ਵਿੱਚ ਬਹੁਤ ਘਣਾ ਜੰਗਲ ਹੋਵੇ, ਡੇ ਟਾਈਮ ਵਿੱਚ ਹੀ ਸਨਲਾਈਟ ਹੇਠਾਂ ਤੱਕ ਨਹੀਂ ਆਉਂਦੀ, ਡਾਰਕਨੈਸ ਰਹਿੰਦੀ ਹੈ ਤੇ ਅੰਧੇਰਾ ਪੈ ਜੇ, ਕਿੱਧਰ ਨੂੰ ਜਾਵੇ? ਉੱਥੇ ਕੋਈ ਜਣਾ ਆ ਕੇ ਉਹਨੂੰ ਰਸਤਾ ਦਿਖਾ ਦੇਵੇ, ਇੱਧਰੋਂ ਨਹੀਂ, ਮੈਂ ਤੈਨੂੰ ਲੈ ਚੱਲਦਾ। ਮੈਂ ਇੱਥੇ ਜੰਮਿਆ ਪਲਿਆ ਵੱਡਿਆ ਹੋਇਆ, ਮੈਨੂੰ ਜੰਗਲ ਦੀ ਇੱਕ ਇੱਕ ਚੀਜ਼ ਪਤਾ ਹੈ। ਜੰਗਲ ਦੇ ਵਿੱਚ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ। ਇਸੇ ਤਰ੍ਹਾਂ ਹੀ ਗੁਰੂ ਦੀ ਸੰਗਤ ਕਰਕੇ ਅਸੀਂ ਵਿਕਾਰਾਂ ਦੇ ਜੰਗਲਾਂ ਦੇ ਵਿੱਚ ਲੌਸਟ ਹੋਏ ਹਾਂ, ਪਰ ਜਦੋਂ ਗੁਰੂ ਗਾਈਡ, ਕੋਚ, ਟੀਚਰ, ਮਾਸਟਰ ਸਾਨੂੰ ਆ ਕੇ ਰਸਤਾ ਦੱਸਦਾ ਹੈ, ਗਿਆਨ ਦੀ ਜੋਤ ਪ੍ਰਗਟਾਉਂਦਾ ਹੈ, ਸਾਡੀ ਬਾਹ ਪਕੜ ਕੇ ਸਾਨੂੰ ਰਸਤਾ ਦਿਖਾ ਕੇ ਉਦਿਆਨ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ। ਤਿਉ ਸਾਧੂ ਸੰਗ ਮਿਲ, ਇਸ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ ਗੁਣਾਂ ਦੀ ਜੋਤ ਅੰਦਰ ਪ੍ਰਗਟ ਹੋ ਜਾਂਦੀ ਹੈ। ਤਿੰਨ ਸੰਤਨ ਕੀ ਬਾਛੋਂ ਧੂਰ, ਜਿਹੜੇ ਇਹੋ ਜਿਹੇ ਮਨੁੱਖ ਹਨ ਜਿਹੜੇ ਕਿ ਆਪਣੇ ਮਨ ਨੂੰ ਸ਼ਬਦ ਨਾਲ ਕਰਦੇ ਹਨ, ਗੁਰੂ ਦੇ ਚਰਨਾਂ ਨਾਲ ਲੱਗਦੇ ਹਨ, ਗੁਰੂ ਦੇ ਦਰਸ਼ਨ ਕਰਦੇ ਹਨ, ਗੁਰੂ ਦੇ ਅੰਦਰ ਜੋਤ ਪ੍ਰਗਟ ਹੋਈ ਹੈ। ਐਸੇ ਸੇਵਕਾਂ ਦੀ, ਤਿੰਨ ਸੰਤਨ ਕੀ, ਐਸੇ ਗੁਰਮੁਖ ਪਿਆਰਿਆਂ ਦੀ, ਡਿਵੋਟੀਜ਼ ਦੀ ਬਾਛੋਂ ਧੂਰ, ਮੈਂ ਉਹਨਾਂ ਦੀ ਧੂੜਾ, ਲੋਚਾ, ਮੇਰੀ ਇਹ ਵਿਸ਼ ਹੈਗੀ ਹੈ, ਲੋਚਾ ਹੈਗੀ ਕਿ ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜੇ, ਭਾਵ ਮੈਨੂੰ ਉਹਨਾਂ ਦੀ ਸੰਗਤ ਮਿਲ ਜੇ। ਮੈਂ ਉਹਨਾਂ ਦੀ ਸੰਗਤ ਵਿੱਚ ਹਿਊਮਿਲਿਟੀ ਵਿੱਚ ਆ ਕੇ ਉਹ ਜੋ ਕਰ ਰਹੇ ਹਨ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚੋਂ ਮੈਂ ਵੀ ਉਹਨਾਂ ਵਰਗਾ ਬਣ ਕੇ, ਉਹ ਰੱਬ ਦਾ ਰੂਪ ਬਣ, ਮੈਂ ਵੀ ਰੱਬ ਦਾ ਰੂਪ ਬਣ ਜਾਵਾਂ। ਨਾਨਕ ਕੀ ਹਰ ਲੋਚਾ ਪੂਰ ਹੈ ਹਰੀ, ਮੇਰੀ ਇਹ ਡਿਜ਼ਾਇਰ ਹੈ, ਹਮੇਸ਼ਾ ਇਹ ਮੇਰੀ ਪੂਰੀ ਕਰ ਦੇ ਕਿ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੀ ਮੁਕੋ ਕਰ, ਸੰਤਨ ਕੀ ਧੂਰ ਹੈ, ਤਿੰਨ ਸੰਤਨ ਕੀ ਬਾਚੋਂ ਧੂਰ, ਨਾਨਕ ਕੀ ਹਰ ਲੋਚਾ ਪੂਰ। ਅੱਗੇ ਸਤਿਗੁਰੂ ਤਾਂ ਕਹਿੰਦੇ ਹਨ ਅਖੀਰਲਾ ਪਦਾ, ਮੈਂ ਵੈਰੀ ਕੁਇਕਲੀ ਚਲੇ ਜਾਣਾ, ਟਾਈਮ ਖਤਮ ਹੋ ਰਿਹਾ, ਖਿਮਾ ਦਾ ਜਾਚਕ ਹਾਂ। ਮਨ ਮੂਰਖ ਹੈ, ਮੂਰਖ ਮਨ ਕਾਹੇ ਵਿਲ ਲਾਈਏ, ਕਿਉਂ ਵਿਲਕਦਾ ਹੈ, ਕਿਉਂ ਵਿਲਕ ਰਿਹਾ ਹੈ ਤੂੰ, ਵਾਏ? ਇੱਕ ਚੇਤੇ ਕਰ, ਜੇ ਤੈਨੂੰ ਕੋਈ ਦੁੱਖ ਆ ਰਿਹਾ ਹੈ, ਵਿਲਕਦਾ ਪਿਆ ਹੈ ਤੂੰ, ਪੂਰਬ ਲਿਖੇ ਕਾ ਲਿਖਿਆ ਪਾਈਏ। ਪੂਰਬ ਕੀ ਹੈ? ਗੁਰਬਾਣੀ ਦੇ ਵਿੱਚ ਪੂਰਬ ਇੱਕ ਅਚਰਜ ਖੇਡ ਨੂੰ ਵੀ ਕਿਹਾ ਹੈ ਕਿ ਏਕ ਪੂਰਬ ਮੈਂ ਤੇਰਾ ਦੇਖਿਆ, ਪੂਰਬ ਦਿਹਾੜੇ ਨੂੰ ਵੀ ਕਿਹਾ ਹੈ ਕਿ 10 ਪੂਰਬ ਸਦਾ ਦਸਹਰਾ, ਪੂਰਬ ਦਿਸ਼ਾ ਨੂੰ ਵੀ ਕਿਹਾ ਹੈ ਕਿ ਮਤਾਂ ਕਰੇ ਪੱਛਮ ਕੇ ਤਾਈਂ ਪੂਰਬ ਹੀ ਲੈ ਜਾਤ। ਤੇ ਇੱਥੇ ਪੂਰਬ ਦਾ ਮਤਲਬ ਹੈ ਪਾਸਟ। ਇਸ ਵੇਲੇ ਮੈਂ ਪ੍ਰੈਜ਼ੈਂਟ ਵਿੱਚ ਹੈਗਾ ਆ, ਇਹ ਜਿਹੜਾ ਹੁਣ ਉਹ ਪ੍ਰੈਜ਼ੈਂਟ ਮੇਰਾ 1 ਸੈਕਿੰਡ ਬਾਅਦ ਪਾਸਟ ਬਣ ਗਿਆ, 1 ਮਿੰਟ ਬਾਅਦ ਪਾਸਟ ਬਣ ਗਿਆ, 1 ਮਿੰਟ ਬਾਅਦ ਮੇਰਾ ਪੂਰਬ ਬਣ ਗਿਆ, ਘੰਟੇ ਬਾਅਦ, ਮਹੀਨੇ ਬਾਅਦ, ਸਾਲ ਬਾਅਦ। ਵਾਟ ਐਵਰ ਇਜ਼ ਪਾਸਟ ਇਜ਼ ਮਾਈ ਪੂਰਬ। ਜੋ ਕੁਛ ਮੈਂ ਸੋਚਿਆ ਉਹ ਮੇਰਾ ਲਿਖਿਆ ਗਿਆ, ਪੂਰਬ ਲਿਖੇਗਾ। ਜੋ ਪਾਸਟ ਵਿੱਚ ਹੋਇਆ, ਜੋ ਮੇਰਾ ਸੰਕਲਪ ਆਇਆ, ਸੰਕਲਪ ਨੇ ਕਰਮ ਬਣਨਾ ਸੀਗਾ, ਕਰਮ ਬਣਿਆ, ਜਾਂ ਸੰਕਲਪ ਵਿਕਲਪ ਹੀ ਰਹਿ ਗਿਆ, ਨਹੀਂ ਹੋਇਆ। ਸੰਕਲਪ, ਸੋਚ ਆਈ, ਥਾਟ ਆਏ, ਉਹ ਲਿਖ ਹੈ ਪੂਰਬ ਦਾ। ਪਿਛਲੇ ਜੋ ਮੈਂ ਇਸ ਲਾਈਫ ਵਿੱਚ ਕੀਤਾ ਹੈ, ਤੇ ਪੂਰਬ ਹੈ, ਪੂਰਬ ਨਹੀਂ ਹੈ, ਪੂਰਬ। ਪੂਰਬ ਜਨਮ ਦੀ ਗੱਲ ਨਹੀਂ ਹੈ। ਇਸ ਜਨਮ ਦੇ ਵਿੱਚ ਜੋ ਮੈਂ ਪਾਸਟ ਕੀਤਾ ਹੈ, ਪੂਰਬ ਲਿਖੇ ਕਾ ਲਿਖਿਆ ਪਾਈਏ। ਜੋ ਮੇਰੇ ਪੂਰਬਲੇ ਕਰਮ ਹੋਏ ਹਨ, ਜੇ ਮੈਨੂੰ ਉਹਦੇ ਕਰਕੇ ਹੁਣ ਪ੍ਰੋਬਲਮ ਆ ਰਹੀ ਹੈਗੀ ਹੈ, ਤੇ ਮੈਂ ਵਿਲਕਦਾ ਕਿਉਂ ਪਿਆ?
दद्दा दोष ना दूं देऊं किसै, दोष कर्म अपने जो मैं किया सो मैं पाया, दोष ना दीजै अवर जना। किन्नू दोष दईए भाई? दोष कर्म अपने, किरत कर्म के विछड़े, अपने कर्मा करके ते असीं विछड़े हैं। अरदास करनी है, कर किरपा मेलो राम, दुख सुख प्रभ देवनहार। अकाल पुरख सानू दुख दिंदा है, सानू सुख दिंदा है। लेट्स से तुहाडे 3 बच्चे हैं, एक बेटी है, 2 बेटे हैं। तुसीं चाहोगे मेरी बेटी सुखी रवे, बेटा दुखी रवे, बेटा दुख होवे सुख होवे ना होवे, इस तरह तो नहीं ना चाहते। कोई माँ बाप, कोई पेरेंट्स नहीं चाहता कि मेरे बच्चे नूं कदी भी दुख मिले। सो दुख सुख प्रभ देवनहार, की दुख दे रहा सानू रब नहीं, ਉਹਦੇ ਨਿਯਮ ਦੇ ਵਿੱਚ ਹੀ ਸਾਨੂੰ ਦੁੱਖ ਆਉਂਦੇ ਹਨ, ਉਹਦੇ ਨਿਯਮ ਦੇ ਵਿੱਚ ਹੀ ਸਾਨੂੰ ਸੁੱਖ ਆਉਂਦੇ ਹਨ। ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਦੂਜੀ ਨਾ ਹੀ ਜਾਏ। ਸੁੱਖ ਦੁੱਖ ਤੇਰੇ ਪਾਣੇ ਹੋਏ, ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਜਿਹੜਾ ਹੈ ਦੇਖੋ ਆਉਂਦਾ ਹੈ। ਉਹ ਦੇਨਹਾਰ ਹੈ ਤੇ ਉਹ ਐਬਿਲਿਟੀ ਹੈ, ਉਹਦਾ ਸਟਰੈਂਥ ਹੈ, ਉਹਦੀ ਕਲਾ ਹੈ ਕਿ ਉਹਦੇ ਨਿਯਮ ਦੇ ਵਿੱਚ ਹੀ ਦੁੱਖ ਸੁੱਖ ਪ੍ਰਭ ਦੇਵਨਹਾਰ, ਉਹਦੇ ਦੁੱਖ ਉਹਦੇ ਸਿਸਟਮ ਦੇ ਵਿੱਚ ਹੀ, ਪ੍ਰਭੂ ਦੇ ਨਿਯਮ ਦੇ ਵਿੱਚ ਹੀ ਸਾਨੂੰ ਦੁੱਖ ਮਿਲ ਰਹੇ ਹਨ, ਸਾਨੂੰ ਸੁੱਖ ਮਿਲ ਰਹੇ ਹਨ। ਇਸ ਕਰਕੇ ਭਾਈ ਅਵਰ ਤਿਆਗ, ਤੂੰ ਉਹਦੇ ਔਗਣਾਂ ਨੂੰ ਛੱਡ ਦੇ ਜਿਨ੍ਹਾਂ ਕਰਕੇ ਤੈਨੂੰ ਦੁੱਖ ਆ ਰਹੇ ਹਨ। ਤੂੰ ਤਿਸੇ ਚਿਤਾਰ, ਉਹਦੇ ਗੁਣਾਂ ਨੂੰ ਹੀ ਚੇਤੇ ਕਰ, ਉਹਦੇ ਗੁਣਾਂ ਨੂੰ ਹੀ ਤੂੰ ਅਡਾਪਟ ਕਰ ਜੋ ਕਿ ਕੱਚ ਕਰੇ। ਇੱਥੇ ਕਿਛ ਲਫ਼ਜ਼ ਨਹੀਂ ਹੈ, ਕੱਕੇ ਨੂੰ ਸਿਹਾਰੀ ਨਹੀਂ ਹੈ। ਜੋ ਕੱਚ ਕਰੇ, ਜੋ ਅਕਾਲ ਪੁਰਖ ਦੇ ਹੁਕਮ ਵਿੱਚ ਹੋ ਰਿਹਾ ਹੈ, ਸੋਈ ਸੁਖ ਮਾਨ, ਉਸੇ ਨੂੰ ਹੀ ਸੁਖ ਮਾਨ, ਉਹੀ ਤੇਰੇ ਵਾਸਤੇ ਸੁਖ ਹੈ, ਉਹਨੂੰ ਹੀ ਮਾਨ। ਭੂਲਾ ਕਾਹੇ ਫਿਰੇ ਅਜਾਨ, क्यों भटकदा फिरिया है, कौन बस्त आई तेरे संग, नांगे आवन नांगे जाना। चाहे जितने मर्जी इकट्ठे कर लो हीरे मोती, पर एक बात याद रखना कि कफन में जेब नहीं होती। सॉरी मैं गुरबाणी तो बाहर का शेर बोल गया, पर मैंने सच्चाई नज़र आई तो इस करके तारे नाल मैं शायद कहती है कि कौन बस्त आई तेरे संग, केड़ी साडे नाल चीज़ आई है, कुछ भी नहीं। ते लपट रहे हो रस लोभी प्रंग, ਅਸੀਂ ਵਿਕਾਰਾਂ ਦੇ ਉੱਤੇ, ਅਸੀਂ ਮਟੀਰੀਅਲਿਸਟ ਚੀਜ਼ ਦੇ ਵਿੱਚ ਇੰਨਾ ਉਹਨਾਂ ਨੂੰ ਜੱਫਾ ਪਾਇਆ ਹੋਇਆ ਹੈ, ਉਹ ਪਤੰਗੇ ਦੇ ਰਾਹੀਂ ਜਿਹੜਾ ਕਿ ਉਹਨੂੰ ਸੜ ਜਾਣਾ ਹੈ। ਅੰਤ ਵੇਲੇ ਇਹ ਜੋ ਵਿਕਾਰ ਸਾਡੇ ਅੰਦਰ ਹਨ, ਜਿਨ੍ਹਾਂ ਦੇ ਕਰਕੇ ਅਸੀਂ ਜਕੜੇ ਪਏ ਹਨ, ਇਹਨਾਂ ਨੂੰ ਸ਼ਬਦ ਦੇ ਸੇਕ ਦੇ ਨਾਲ ਸਾੜ ਦਈਏ। ਅਸੀਂ ਇਹਨਾਂ ਨੂੰ ਜੱਫਾ ਨਾ ਪਾਈਏ, ਅਟੈਚਮੈਂਟ ਦੇ ਵਿੱਚ ਹੀ ਡਿਟੈਚਮੈਂਟ ਰਹੀਏ। ਅਖੀਰਲੀ ਪੰਕਤੀ ਵਿੱਚ ਪਦੇ ਦੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਰਾਮ ਨਾਮ ਜਪ ਹਿਰਦੇ ਮਾਹੇ। ਅੱਗੇ ਜਪਣਾ ਮਨ ਦੇ ਵਿੱਚ ਹੈ, ਰੇ ਮਨ ਮੇਰੇ ਸਦਾ ਹਰ ਜਾਪ। ਮਨ ਨੂੰ, ਹਿਰਦੇ ਨੂੰ ਕਿਆ ਕੀਤਾ ਜਾ ਕਿ ਰਮੇ ਹੋਏ ਨਾ ਅਕਾਲ ਪੁਰਖ ਦਾ ਨਾਮ ਮੀਨਸ ਉਹਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਪਰੋ ਕੇ ਰੱਖ, ਉਹਦੇ ਗੁਣਾਂ ਨੂੰ ਅਡਾਪਟ ਕਰ, ਉਹਦੇ ਗੁਣਾਂ ਵਰਗਾ ਬਣ, ਆਪਣੇ ਜੀਵਨ ਨੂੰ ਉਹਦੇ ਗੁਣਾਂ ਵਰਗਾ ਬਣਾ। ਤੇ ਨਾਨਕ ਪਤ ਸੇਤੀ ਘਰ ਜਾਏ, ਜਿਹੜਾ ਤੇਰਾ ਹਿਰਦਾ ਘਰ ਹੈ, ਜਿਹੜਾ ਤੁਹਾਡਾ ਨਿੱਜ ਘਰ ਹੈ, ਉਹਦੇ ਵਿੱਚ ਜੋ ਹੈ ਇੱਜ਼ਤ ਨਾਲ ਜਾਂਦਾ ਹੈ। ਤੇਰੇ ਕੋਲ ਅੰਦਰ ਕੋਈ ਗਿਲਟ ਨਹੀਂ ਹੈ, ਕੋਈ ਰਿਗਰੈਟ ਨਹੀਂ ਹੈ, ਕੁਛ ਨਹੀਂ ਹੈ, ਕੋਈ ਰਿਗਰੈਟ ਨਹੀਂ ਹੈ। ਆਪਣੇ ਹਿਰਦੇ ਘਰ ਵਿੱਚ, ਨਿੱਜ ਘਰ ਦੇ ਵਿੱਚ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਘਰ ਵਿੱਚ ਆ ਜਾ, ਤੂੰ ਆਪਣੇ ਸਹਿਜ ਅਵਸਥਾ ਵਿੱਚ ਆ, ਰੰਗ ਰਲੀਆਂ ਮਾਣੋ ਪਿਆਰੇ, ਨਿੱਜ ਘਰ ਵਿੱਚ ਆ ਜਾ, ਸਹਿਜ ਅਵਸਥਾ ਵਿੱਚ ਆਣਾ ਹੈ। सो इतने की आप जी ने जो है सेवा परवार करनी, बहुत सारिया पुलना वास्ते हिम्मत चाचे खां फतेह बुलाओ जी। वाहिगुरु जी का खालसा, वाहिगुरु जी की फतेह। सुख मनी सुख अमृत प्रभ नाम, भगत जना कै